ਉਹ ਪਹਿਲਾਂ ਕੁਝ ਹੋਰ ਇਨਫੋਰਮੇਸ਼ਨ ਭਰ ਦਿੰਦੇ ਆ ਆਉਣ ਲੱਗੇ, ਤੇ ਬਾਅਦ ਦੇ ਵਿੱਚ ਕੁਝ ਹੋਰ ਇਨਫੋਰਮੇਸ਼ਨ ਭਰ ਦਿੰਦੇ ਆ। ਆਰਟਿਸਟ ਵੀਜ਼ਾਸ ਅੱਜ ਤੋਂ ਨਹੀਂ ਬਹੁਤ ਦੇਰ ਤੋਂ ਚੱਲ ਰਹੇ ਹਨ। ਅੱਜ ਦੀ ਡੇਟ 'ਚ ਇੱਦਾਂ ਦੇ ਕਈ ਨਾਮੀ ਆਰਟਿਸਟ ਨੇ ਜਿਨ੍ਹਾਂ ਨਾਲ ਮੈਨੂੰ ਅੱਜ ਵੀ ਯਾਦ ਹੈ, ਜਦੋਂ ਮੈਂ ਜਹਾਜ਼ ਚੜ੍ਹ ਰਿਹਾ ਸੀਗਾ ਦਿੱਲੀ 에ਅਰਪੋਰਟ ਤੋਂ, ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀਗੀ ਕਿ ਪਿੱਛੇ ਜਿਹੀ ਆਪਣੇ ਗਿੱਪੀ ਗਰੇਵਾਲ ਜੀ, ਦਿਲਜੀਤ ਜੀ ਆਏ ਸੀਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਕੈਨੇਡਾ ਬਾਰੇ ਕਿ ਅੱਜ ਤੋਂ 11 ਸਾਲ ਪਹਿਲਾਂ 12 ਸਾਲ ਪਹਿਲਾਂ ਕੁਝ ਐਵੇਂ ਜਿਹਾ ਸੁਪਨਾ ਹੁੰਦਾ ਸੀਗਾ। ਮੈਨੂੰ ਪਤਾ ਲੱਗ ਗਿਆ ਸੀਗਾ 4-5 ਮਹੀਨਿਆਂ 'ਚ। ਮੈਂ ਕਿਹਾ ਜਸ਼ਨ ਵੀਰੇ ਤੇਰੀ ਤਾਂ ਇੱਦਾਂ ਨਹੀਂ ਨਾ ਗੱਲ ਬਣਨੀ, ਥੋੜ੍ਹੀ ਦੇਰ ਲਈ ਨਾ ਇਹ ਮਿਊਜ਼ਿਕ ਨੂੰ ਸਾਈਡ 'ਤੇ ਕਰਨਾ ਪੈਣਾ, ਨਹੀਂ ਤਾਂ ਇੱਥੇ ਆਪਣੀ ਮਿਊਜ਼ਿਕ ਵੱਜ ਜਾਣਾ। ਉਸ ਸਾਲ ਪੂਰੇ ਕੈਨੇਡਾ ਦੇ ਮੈਨੂੰ ਅੱਜ ਵੀ ਯਾਦ ਹੈ 500 ਸਮਥਿੰਗ ਵੀਜ਼ੇ ਲੱਗੇ ਸੀਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸੱਤੀ ਤੇ ਤੁਸੀਂ ਵੇਖ ਰਹੇ ਹੋ ਚੈਨਲ ਸਤਰੰਗ ਦਾ ਪ੍ਰੋਗਰਾਮ ਗੱਲਾਂ ਚੋਂ ਗੱਲ। ਤੇ ਗੱਲਾਂ ਚੋਂ ਗੱਲ ਦੇ ਵਿੱਚ ਅਸੀਂ ਹਰ ਵਾਰ ਨਵੇਂ ਵਿਸ਼ਿਆਂ ਤੇ ਜਾਂ ਕੋਈ ਨਾ ਕੋਈ ਹੋਰ ਗੱਲ ਕਰਦੇ ਹਾਂ। ਤੇ ਅੱਜ ਦਾ ਸਾਡਾ ਜਿਹੜਾ ਐਪੀਸੋਡ ਹੈ ਬਹੁਤ ਜ਼ਿਆਦਾ ਖਾਸ ਹੋਊਗਾ। ਇਹ ਉਹਨਾਂ ਲੋਕਾਂ ਦੇ ਲਈ ਜ਼ਿਆਦਾ ਖਾਸ ਹੋਊਗਾ ਜਿਹੜੇ ਬੰਦੇ ਕੈਨੇਡਾ ਜਾਣਾ ਚਾਹੁੰਦੇ ਹੋਣ, ਕਿਉਂਕਿ ਆਮ ਅਕਸਰ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਤੇ ਬਹੁਤ ਸਾਰੀਆਂ ਮੈਸੇजेस ਵੀ ਆਉਂਦੇ ਹੁੰਦੇ ਆ ਕਿ ਬਾਹਰ ਕਿਵੇਂ ਜਾਈਏ। ਸੋ ਅੱਜ ਦਾ ਜਿਹੜਾ ਇਹ ਐਪੀਸੋਡ ਹੈ ਇਹਦੇ ਵਿੱਚ ਅਸੀਂ ਤੁਹਾਨੂੰ ਮਿਲਾਵਾਂਗੇ ਵਸੇਬਾ ਇਮੀਗ੍ਰੇਸ਼ਨ ਐਂਡ ਵੀਜ਼ਾ ਕੰਸਲਟੈਂਟ ਦੇ ਡਾਇਰੈਕਟਰ ਜਸ਼ਨਜੀਤ ਸਿੰਘ ਨਾਲ, ਜਿਨ੍ਹਾਂ ਦੇ ਕਿ ਕਾਫੀ ਦਿਨਾਂ ਤੋਂ ਅਸੀਂ ਚੈਨਲ ਦੇ ਉੱਤੇ ਐਡ ਵੀ ਚਲਾ ਰਹੇ ਹਾਂ। ਸੋ ਬਹੁਤ ਸਾਰੇ ਲੋਕਾਂ ਦੀ ਕੁਐਰੀਜ਼ ਆ ਰਹੀਆਂ ਸੀਗੀਆਂ ਕਿ ਇਹ ਹੈ ਕੀ। ਸੋ ਜਸ਼ਨਜੀਤ ਸਿੰਘ ਅੱਜ ਸਾਡੇ ਨਾਲ ਮੌਜੂਦ ਨੇ। ਸੋ ਸਵਾਗਤ ਕਰਦੇ ਹਾਂ ਪਹਿਲਾਂ ਜਸ਼ਨਜੀਤ ਸਿੰਘ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਤੀ ਭਾਜੀ, ਤੁਹਾਨੂੰ ਤੇ ਚੈਨਲ ਸਤਰੰਗ ਦੇ ਵਿਊਅਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਸਰ, ਤੁਸੀਂ ਸੁਣਾਓ? ਬਸ ਐਨ ਠੀਕ ਠਾਕ। ਕਿਵੇਂ ਨਿਕਲ ਰਹੀ ਹੈ ਲਾਈਫ, ਪਹਿਲਾਂ ਇਹ ਦੱਸੋ ਤੁਸੀਂ। ਲਾਈਫ ਭਾਜੀ ਵਧੀਆ ਹੈਗੀ ਆ। ਇਸ ਟਾਈਮ ਕੈਨੇਡਾ 'ਚ ਅਬਾਊਟ 11:15 ਵੱਜ ਰਹੇ ਰਾਤ ਦੇ, ਤੇ ਫਰਾਈਡੇ ਦਾ ਦਿਨ ਹੈ। ਕਾਫੀ ਜਿੱਦਾਂ ਕਹਿ ਲਓ ਇੱਥੇ ਕੈਨੇਡੀਅਨਸ ਨੂੰ ਤਾਂ ਪਤਾ ਹੀ ਹੁੰਦਾ ਕਿ 5 ਡੇਜ਼ ਪੂਰਾ ਕਹਿੰਦੇ ਆ ਕਿ ਆਪਣਾ ਵਰਕ ਹਾਰਡ ਐਂਡ ਦੈਨ ਵੀਕਐਂਡਸ ਤੇ ਫਿਰ ਪਾਰਟੀ ਹਾਰਡ। ਸੋ ਆਪਣੇ ਲਈ ਤਾਂ ਹੁਣ ਬਿਲਕੁਲ ਉੱਦਾਂ ਦਾ ਹੀ ਹੁਣ ਮਾਹੌਲ ਬਣਿਆ ਪਿਆ, ਬਟ ਅਦਰਵਾਈਜ਼ ਲਾਈਫ ਇਜ਼ ਵੈਰੀ ਗੁੱਡ ਭਾਜੀ, ਨੋ ਕੰਪਲੇਂਟਸ। ਵਧੀਆ ਹੀ ਚੱਲਣੀ ਚਾਹੀਦੀ ਹੈ ਲਾਈਫ, ਕਿਉਂਕਿ ਅੱਜ ਕੱਲ੍ਹ ਵੈਸੇ ਵੀ ਬਹੁਤ ਸਟ੍ਰੈਸ ਹੈ ਸਾਰਿਆਂ ਦੀ ਲਾਈਫ ਦੇ ਵਿੱਚ ਹੈ ਨਾ ਹੋਇਆ ਪਿਆ। ਸੋ ਪਹਿਲਾਂ ਸਿਚੁਏਸ਼ਨ ਦੱਸੋ ਕਿ ਓਵਰਆਲ ਕੈਨੇਡਾ ਦੇ ਇਸ ਟਾਈਮ ਕਿਵੇਂ ਚੱਲ ਰਹੀ ਹੈ ਤੇ ਤੁਸੀਂ ਕਿਹੜੀ ਸਿਟੀ ਦੇ ਵਿੱਚੋਂ? ਭਾਜੀ ਪਹਿਲੀ ਗੱਲ ਤਾਂ ਮੈਂ ਸਾਡੇ ਵਿਊਅਰਸ ਨੂੰ ਦੱਸਣਾ ਚਾਹਾਂਗਾ ਕਿ ਮੈਂ ਇਸ ਟਾਈਮ ਸਰੀ ਦੇ ਵਿੱਚ ਹੈਗਾ। ਸਰੀ ਇੱਕ ਬਹੁਤ ਫੇਮਸ ਜਗ੍ਹਾ ਹੈਗੀ ਆ ਆਪਣੇ ਪੰਜਾਬੀ ਕਲਾਕਾਰਾਂ ਵਿੱਚ। ਅਸੀਂ ਬਹੁਤ ਸਾਰੇ ਗਾਣਿਆਂ ਤੇ ਫਿਲਮਾਂ 'ਚ ਦੇਖਦੇ ਹੈਗੇ ਆ ਸਰੀ ਦੇ ਵਿੱਚ ਕਿੰਨੀ ਸ਼ੂਟਿੰਗਾਂ ਹੁੰਦੀ ਆ। ਪਿੱਛੇ ਜਿਹੀ ਆਪਣੇ ਗਿੱਪੀ ਗਰੇਵਾਲ ਜੀ, ਦਿਲਜੀਤ ਜੀ ਆਏ ਸੀਗੇ ਆਪਣੀ ਮੂਵੀ ਦੀ ਸ਼ੂਟਿੰਗ ਲਈ, ਤੇ ਇਸ ਤਰ੍ਹਾਂ ਦੇ ਕਈ ਕਲਾਕਾਰ ਆਉਂਦੇ ਨੇ ਇੱਥੇ ਆਪਣੀ ਸ਼ੂਟਿੰਗ ਰੈਗੂਲਰ ਬੇਸਿਸ ਤੇ ਕਰਨ ਵਾਸਤੇ। ਗੱਲ ਕਰ ਲਈ ਆਪਾਂ ਮਾਹੌਲ ਦੀ, ਓਵਰਆਲ ਕੈਨੇਡਾ ਦੀ। ਕੈਨੇਡਾ ਨੇ ਇਸ ਟਾਈਮ ਤੇ ਥੋੜੀ ਜਿਹੀ ਸਖਤਾਈ ਕੀਤੀ ਹੋਈ ਹੈਗੀ ਹੈ, ਜਿਹੜੇ ਕਿ ਕੋਵਿਡ ਕਰਕੇ ਆਪਾਂ ਨੂੰ ਦੇਖਣ ਨੂੰ ਤੇ ਸੁਣਨ ਨੂੰ ਮਿਲਦਾ ਹੈਗਾ। ਤੇ ਇੰਡੀਆ ਔਰ ਪਾਕਿਸਤਾਨ ਤੋਂ ਜਿੱਦਾਂ ਫਿਲਹਾਲ ਲਈ ਫਲਾਈਟਸ ਤਾਂ ਹੈਗੀ ਨੇ ਬੰਦ, ਲੇਕਿਨ ਉਸੇ ਦੇ ਨਾਲ ਕੈਨੇਡਾ ਦੇ ਵਿੱਚ ਵੀ ਇੰਟਰਨਲ ਰਿਸਟ੍ਰਿਕਸ਼ਨਸ ਨੇ, ਜਿਨ੍ਹਾਂ ਕਰਕੇ ਆਪਣਾ ਅਸੀਂ ਕੁਝ ਹੱਦ ਤੱਕ ਉਹ ਚੀਜ਼ਾਂ ਨਹੀਂ ਕਰ ਪਾਉਂਦੇ ਜਿੱਦਾਂ ਜੋ ਪਹਿਲਾਂ ਕਰ ਪਾ ਰਹੇ ਸੀਗੇ। ਕੈਨੇਡੀਅਨਸ ਇੱਕ ਬਹੁਤ ਖੁਸ਼ ਮਿਜ਼ਾਜ ਤੇ ਖੁੱਲ੍ਹੇ ਦਿਲ ਵਾਲੇ ਲੋਕ ਨੇ, ਤੇ ਉਹ ਘੁੰਮਣਾ ਫਿਰਨਾ ਬਹੁਤ ਪਸੰਦ ਕਰਦੇ ਆ, ਬਿਕੋਜ਼ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਨੈਚੁਰਲ ਬਿਊਟੀ ਹੈਗੀ ਹੈ। ਤੇ ਜਿਹੜੀ ਕਿ ਇੱਥੇ ਦੀ ਸਟੇਟ ਹੈਗੀ ਹੈ ਜਿਹਨੂੰ ਪ੍ਰੋਵਿੰਸ ਕਹਿੰਦੇ ਆ, ਬ੍ਰਿਟਿਸ਼ ਕੋਲੰਬੀਆ, ਉਹਨੂੰ ਸਾਡੀ ਕਸ਼ਮੀਰ ਦੀ ਵਾਦੀਆਂ ਨਾਲ ਕੰਪੇਅਰ ਕੀਤਾ ਜਾ ਸਕਦਾ ਹੈ। ਸੋ ਇੱਥੇ ਦੇ ਜਿਹੜੇ ਰੈਜ਼ੀਡੈਂਟਸ ਨੇ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਘੁੰਮਣਾ ਫਿਰਨਾ, ਪਰ ਕੈਨੇਡੀਅਨ ਗਵਰਨਮੈਂਟ ਨੇ ਇਸੇ ਦੇ ਨਾਲ ਕੁਝ ਰਿਸਟ੍ਰਿਕਸ਼ਨਸ ਰੱਖੀਆਂ ਨੇ ਕਿ ਜੇ ਤੁਸੀਂ ਸਰੀ ਜਾਂ ਵੈਂਕੂਵਰ ਦੇ ਵਿੱਚ ਰਹਿੰਦੇ ਹੋ, ਉਹਨਾਂ ਨੇ ਇੱਕ ਏਰੀਆਜ਼ ਬਣਾਤੇ ਹੈਗੇ ਆ ਕਿ ਆਹ ਵਾਲੇ ਏਰੀਆ ਦੇ ਬੰਦੇ ਦੂਜੇ ਵਾਲੇ ਏਰੀਆ ਦੇ ਵਿੱਚ ਨਹੀਂ ਜਾ ਸਕਦੇ ਹੈ। ਇਸੇ ਦੇ ਨਾਲ ਇੰਟਰਨਲੀ ਕੈਨੇਡੀਅਨ ਪ੍ਰੋਵਿੰਸਸ ਜਿਹੜੀ ਕਿ ਸਟੇਟਸ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਰਿਸਟ੍ਰਿਕਸ਼ਨਸ ਨੇ ਜਿਹੜੀ ਕਿ ਲੋਕਾਂ ਨੂੰ ਹਜੇ ਅਲਾਉ ਨਹੀਂ ਕਰਦੀਆਂ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਜਾਣ ਲਈ, ਜਸਟ ਬਿਕੋਜ਼ ਆਫ ਕੋਵਿਡ। ਸੋ ਸੁਣਨ ਨੂੰ ਸ਼ਾਇਦ ਲੱਗੇਗਾ ਕਿ ਬਹੁਤ ਜ਼ਿਆਦਾ ਸਖਤਾਈ ਹੈਗੀ ਹੈ, ਲੇਕਿਨ ਕੈਨੇਡੀਅਨਸ ਬੜੇ ਨਾਈਸ ਨੇ, ਬਹੁਤ ਫਰੈਂਡਲੀ ਨੇ, ਤੇ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਜੇ ਆਪਾਂ ਗਵਰਨਮੈਂਟ ਦੀ ਰਿਸਟ੍ਰਿਕਸ਼ਨਸ ਨੂੰ ਮੰਨ ਕੇ ਚੱਲਾਂਗੇ ਉਹ ਸਾਡੇ ਵਾਸਤੇ ਵਧੀਆ ਹੈਗੀ ਹੈ ਤੇ ਲੋਕਾਂ ਵਾਸਤੇ ਵਧੀਆ ਹੈ। ਤੇ ਜਿੰਨੀ ਜਲਦੀ ਆਪਾਂ ਇਸ ਚੀਜ਼ ਨਾਲ ਫਾਈਟ ਕਰਾਂਗੇ, ਇਹਨੂੰ ਦੂਰ ਭਜਾਵਾਂਗੇ, ਉਨੀ ਜਲਦੀ ਆਪਾਂ ਸਾਰੇ ਇਸ ਪਿਆਰੇ ਮੌਸਮ ਨੂੰ ਤੇ ਇਸ ਕੰਟਰੀ ਨੂੰ ਇੰਜੋਏ ਕਰ ਪਾਵਾਂਗੇ ਇੱਕ ਵਾਰੀ ਫਿਰ ਤੋਂ। ਸੋ ਮਾਹੌਲ ਤਾਂ ਭਾਜੀ ਇਸ ਟਾਈਮ ਨਾਲ ਇਹ ਹੈਗਾ। ਹਾਂਜੀ ਜੀ ਜਸ਼ਨ, ਤੁਸੀਂ ਬਹੁਤ ਸਹੀ ਗੱਲਾਂ ਕਰ ਰਹੇ ਹੋ। ਤੇ ਪਹਿਲਾਂ ਮੈਂ ਇੱਕ ਗੱਲ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਥੋੜ੍ਹਾ ਜਿਹਾ ਤੁਸੀਂ ਆਪਣੇ ਬਾਰੇ ਤੇ ਇਸ ਕੰਪਨੀ ਬਾਰੇ ਜ਼ਰੂਰ ਦੱਸ ਦਿਓ ਕਿ ਕਦੋਂ ਇਹ ਕੰਪਨੀ ਤੁਸੀਂ ਸਟੈਬਲਿਸ਼ ਕੀਤੀ ਤੇ ਮਤਲਬ ਕਿ ਕਿੱਦਾਂ ਚੱਲ ਰਿਹਾ ਸਾਰਾ ਕੁਝ। ਮੈਂ ਕੈਨੇਡੀਅਨ ਐਜੂਕੇਸ਼ਨ ਸੈਕਟਰ 'ਚ ਪਿਛਲੇ 5 ਸਾਲਾਂ ਤੋਂ ਹਾਂ ਆਫੀਸ਼ੀਅਲੀ। ਬਿਫੋਰ ਦੈਟ ਜੇ ਮੈਂ ਆਪਣਾ ਨਾਨ ਆਫੀਸ਼ੀਅਲ ਐਕਸਪੀਰੀਅੰਸ ਲਾ ਕੇ ਚੱਲਾਂ, ਮੈਂ ਅਬਾਊਟ 8 ਸਾਲਾਂ ਤੋਂ ਮੈਂ ਇਸ ਇੰਡਸਟਰੀ ਦੇ ਵਿੱਚ ਹੈਗਾ, ਜਿਹਦੇ ਵਿੱਚ ਮੈਂ ਡਿਫਰੈਂਟ ਕੰਟਰੀਜ਼ 'ਚ ਟਰੈਵਲ ਕੀਤਾ ਹੈ।
ਮੋਰ ਓਵਰ ਕਿ ਅਸੀਂ BC ਗਵਰਨਮੈਂਟ ਕੈਨੇਡੀਅਨ ਗਵਰਨਮੈਂਟ ਨੂੰ ਰਿਪਰੈਜ਼ੈਂਟ ਕੀਤਾ ਡਿਫਰੈਂਟ ਕੰਟਰੀਜ਼ 'ਚ, ਤਾਂ ਕਿ ਅਸੀਂ ਦੂਸਰੀ ਕੰਟਰੀਜ਼ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਹੈਲਪ ਕਰ ਸਕੀਏ ਕੈਨੇਡਾ ਦੇ ਵਿੱਚ ਆਉਣ ਵਾਸਤੇ। ਉਸੇ ਦੇ ਨਾਲ ਅਸੀਂ ਡਿਫਰੈਂਟ ਬਿਜ਼ਨਸ ਡਿਵੈਲਪਮੈਂਟ ਸੈਕਸ਼ਨਸ ਡਿਵੈਲਪ ਕੀਤੇ हैं, ਜਿਹਦੇ ਵਿੱਚ ਸਟੂਡੈਂਟਸ ਨਹੀਂ ਬਟ ਬਹੁਤ ਸਾਰੇ ਯੂਨੀਵਰਸਿਟੀਜ਼, ਬਹੁਤ ਸਾਰੇ ਪਾਰਟਨਰਸ, ਬਹੁਤ ਸਾਰੇ ਬਿਜ਼ਨਸ ਓਪਰਚੁਨਿਸਟ ਜਿਹੜੇ ਕਿ ਕੈਨੇਡਾ ਨਾਲ ਬਿਜ਼ਨਸ ਸੈਟਅਪ ਸਟਾਰਟ ਕਰਨਾ ਚਾਹੁੰਦੇ ਨੇ, ਉਹਨਾਂ ਨਾਲ ਅਸੀਂ ਉਹ ਚੀਜ਼ ਦਾ ਸੈਟਅਪ ਕੀਤਾ ਹੈਗਾ। ਸੋ ਜਦੋਂ ਮੈਂ ਉਸ ਫੀਲਡ ਦੇ ਵਿੱਚ ਇਨਵੋਲਵਡ ਸੀਗਾ ਬਹੁਤ ਹੈਵੀਲੀ, ਡਿਫਰੈਂਟ ਕੰਟਰੀਜ਼ ਦੇ ਵਿੱਚ ਜਾ ਕੇ ਸਾਨੂੰ ਬਹੁਤ ਸਾਰੇ ਇੱਦਾਂ ਦੇ ਕੁਐਸਚਨਸ ਆਉਂਦੇ ਸੀਗੇ ਜਿਹੜਾ ਕਿ ਇੱਕ ਕੈਨੇਡੀਅਨ ਇਮੀਗ੍ਰੇਸ਼ਨ ਐਕਸਪਰਟ ਹੀ ਆਨਸਰ ਕਰ ਪਾਉਂਦਾ ਸੀਗਾ। ਉਸੇ ਚੀਜ਼ ਨੇ ਮੈਨੂੰ ਮੋਟੀਵੇਟ ਕੀਤਾ ਸੀਗਾ ਕਿ ਮੈਂ ਆਪ ਵੀ ਉਸ ਚੀਜ਼ ਦਾ ਕ੍ਰੈਡੈਂਸ਼ੀਅਲ ਲਵਾਂ, ਉਹਦੀ ਸਟੱਡੀ ਕਰਾਂ। ਲਾਅ ਦਾ ਆਪਣਾ ਕੈਨੇਡੀਅਨ ਇਮੀਗ੍ਰੇਸ਼ਨ ਦਾ ਜਿਹੜਾ ਐਗਜ਼ਾਮ ਹੁੰਦਾ ਉਹ ਅਸੀਂ ਦੇਣਾ ਪੈਂਦਾ ਸਾਨੂੰ, ਤੇ ਉਹਦੀ ਜਿਹੜੀ ਰਿਕੁਆਇਰਮੈਂਟਸ ਹੁੰਦੀਆਂ ਉਹ ਮੀਟ ਕਰਨੀ ਪੈਂਦੀ, ਯਾਨੀ ਕਿ ਇੱਥੇ ਸਾਨੂੰ ਪ੍ਰੋਪਰ ਇੱਕ ਪ੍ਰੋਸੀਜਰ ਨਾਲ ਚੱਲਣਾ ਪੈਂਦਾ। ਸੋ ਉਹ ਮੈਂ ਓਬਟੇਨ ਕੀਤਾ ਸੀਗਾ ਆਪਣਾ ਅੱਜ ਤੋਂ 3 ਸਾਲ ਪਹਿਲਾਂ। ਸੋ ਕੰਪਨੀ ਦੀ ਜੇ ਆਪਾਂ ਗੱਲ ਕਰ ਲਈਏ ਵਸੇਬਾ ਇਮੀਗ੍ਰੇਸ਼ਨ, ਇਹ ਕੰਪਨੀ ਅਸੀਂ ਕੋਵਿਡ ਦੇ ਸ਼ੁਰੂ ਹੋਣ ਤੋਂ ਥੋੜੀ ਦੇਰ ਪਹਿਲਾਂ ਹੀ ਸਟਾਰਟ ਕੀਤੀ ਸੀਗੀ, ਬਟ ਆਫੀਸ਼ੀਅਲੀ ਜੇ ਆਪਾਂ ਦੇਖਿਆ ਜਾਵੇ ਤਾਂ ਇਸ ਕੰਪਨੀ ਦੇ ਅੰਡਰ ਅਸੀਂ ਆਲਰੇਡੀ ਇਸ ਟਾਈਮ ਕਈ ਸਾਰੇ ਕਹਿ ਲਓ ਤੁਸੀਂ ਵਿਦਿਆਰਥੀ, ਵਰਕਰਸ, ਵਿਜ਼ਿਟਰਸ, ਪਰਮਨੈਂਟ ਰੈਜ਼ੀਡੈਂਟ ਫਾਈਲਸ, ਇਨਵੈਸਟਰਸ, ਕਈ ਤਰੀਕੇ ਦੀ ਅਸੀਂ ਮਤਲਬ ਕਲਾਇੰਟੇਲ ਨੂੰ ਹੈਂਡਲ ਕੀਤਾ ਹੈਗਾ ਤੇ ਉਹਨਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਦੇ ਵਿੱਚ ਮਦਦ ਕੀਤੀ ਹੈਗੀ ਹੈ। ਜੀ ਬਿਲਕੁਲ ਸਹੀ। ਤੇ ਅਗਰ ਤੁਸੀਂ ਗੱਲ ਕਰੀਏ ਹੈ ਨਾ ਕਿ ਇਕੱਲਾ ਕੈਨੇਡਾ ਦਾ ਕਰਦੇ ਹੋ ਜਾਂ ਮਤਲਬ ਕਿਸੇ ਹੋਰ ਕੰਟਰੀ ਦਾ ਵੀ ਕਰਦੇ ਹੋ ਜਾਂ ਸਪੈਸ਼ਲੀ ਸਿਰਫ ਕੈਨੇਡਾ? ਬਿਲਕੁਲ ਭਾਜੀ, ਬਿਲਕੁਲ ਕੈਨੇਡਾ ਦਾ ਹੀ ਕਰਦੇ ਹਾਂ। ਓਕੇ, ਅਗਰ ਆਪਾਂ ਜਸ਼ਨ ਇੱਕ ਹੋਰ ਗੱਲ ਪੁੱਛੀਏ ਕਿ ਜਿਵੇਂ ਹੈ ਨਾ ਬਹੁਤ ਸਾਰੀ ਇਮੀਗ੍ਰੇਸ਼ਨ ਕੰਪਨੀਜ਼ ਹੈਗੀਆਂ ਇੰਡੀਆ ਦੇ ਵਿੱਚ ਵੀ ਜਾਂ ਵਰਲਡ ਦੇ ਵਿੱਚ ਹੋਰ ਵੀ ਬਹੁਤ ਸਾਰੀ ਜਗ੍ਹਾ ਦੇ ਉੱਤੇ, ਤੇ ਕੈਨੇਡਾ ਦੇ ਵਿੱਚ ਵੀ ਹੋਣਗੀਆਂ। ਸੋ ਵਸੇਬਾ ਇਮੀਗ੍ਰੇਸ਼ਨ ਐਂਡ ਵੀਜ਼ਾ ਕੰਸਲਟੈਂਟ ਹੈ ਜਿਹੜੀ ਉਹ ਕਿਵੇਂ ਵੱਖਰੀ ਹੈਗੀ ਹੈ ਤੇ ਕੀ ਮਤਲਬ ਕਿ ਐਸੀਆਂ ਸਪੈਸ਼ਲ ਚੀਜ਼ਾਂ ਨੇ ਕਿ ਤਾਂ ਕਿ ਲੋਕ ਅਪਰੋਚ ਕਰਨ ਹੈ ਨਾ ਬੇਸਿਕਲੀ ਇਸ ਕੰਪਨੀ ਦੇ ਨਾਲ? ਜੀ ਬਹੁਤ ਵਧੀਆ ਕੁਐਸਚਨ ਸੱਤੀ ਬਾਜੀ। ਮੈਂ ਐਕਚੁਅਲੀ ਤੁਹਾਨੂੰ ਸ਼ੁਕਰੀਆ ਕਰਨਾ ਚਾਹੁੰਦਾ ਤੁਸੀਂ ਇਹ ਸਵਾਲ ਮੈਨੂੰ ਪੁੱਛਿਆ। ਮੈਂ ਇਹ ਨਹੀਂ ਸਮਝਦਾ ਔਰ ਨਾ ਹੀ ਮੈਂ ਇਹ ਗੱਲ ਕਹਿੰਦਾ ਕਿ ਅਸੀਂ ਸਾਰਿਆਂ ਨਾਲੋਂ ਵਧੀਆ ਹਾਂ। ਮੈਂ ਇਹ ਵੀ ਨਹੀਂ ਕਹੂੰਗਾ ਕਿ ਅਸੀਂ ਕਿਸੇ ਰੇਸ ਦੇ ਵਿੱਚ ਹਾਂ ਜਾਂ ਅਸੀਂ ਕਿਸ ਤੋਂ ਅੱਗੇ ਜਾਣਾ ਜਾਂ ਸਾਡੇ ਕੋਲ ਆਏ ਕਲਾਇੰਟ ਜਾਂ ਹੈ ਨਾ, ਬਿਕੋਜ਼ ਮੈਂ ਇਹ ਸਮਝਦਾ ਕਿ ਇੱਕ ਜਿਹੜੀ ਸਾਡੇ ਕੋਲ ਇੱਕ ਪੋਜੀਸ਼ਨ ਹੈ, ਸਾਡੇ ਕੋਲ ਇੱਕ ਪਾਵਰ ਹੈਗੀ ਹੈ ਜੋ ਸਾਨੂੰ ਕੈਨੇਡੀਅਨ ਗਵਰਨਮੈਂਟ ਨੇ ਲਾਇਸੈਂਸ ਦਿੱਤਾ। ਪਰਸਨਲੀ ਮੈਂ ਉਸ ਚੀਜ਼ ਨੂੰ ਇੱਕ ਪ੍ਰਿਵਿਲੇਜ ਸਮਝਦਾ, ਮੈਂ ਉਹਨੂੰ ਇੱਕ ਟੂਲ ਨਹੀਂ ਸਮਝਦਾ। ਤੇ ਇਸ ਪ੍ਰਿਵਿਲੇਜ ਦੇ ਦੁਆਰਾ ਮੈਂ ਬਹੁਤ ਸਾਰੇ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਐਂਡ ਜੋ ਕਿ ਅਸੀਂ ਕਰਦੇ ਵੀ ਹਾਂ, ਰਾਈਟ। ਹੁਣ ਆਏ ਤੀਏ ਦਿਨ ਅਸੀਂ ਦੇਖਦੇ ਹਾਂ ਸਾਡੇ ਕੋਲ ਕਈ ਕੰਪਲਿਕੇਟਡ ਕੇਸਿਸ ਆਉਂਦੇ ਹੈ ਜਿਨ੍ਹਾਂ ਦੇ ਮਤਲਬ ਹਿਸਟਰੀ ਔਰ ਜਿਨ੍ਹਾਂ ਦੀ ਮਤਲਬ ਕਾਫੀ ਜਿਹੜੀ ਕੈਨੇਡਾ ਵਿੱਚ ਸਥਿਤੀ ਹੈ ਉਹ ਬਹੁਤ ਕੰਪਲਿਕੇਟਡ ਹੁੰਦੀ ਹੈ ਤੇ ਉਹਨਾਂ ਤੇ ਕਈ ਵਾਰੀ ਰਿਜੈਕਸ਼ਨ ਦੇ ਚਾਂਸਸ ਹੁੰਦੇ ਹੈ, ਈਵਨ ਤੱਕ ਕਿ ਉਹਨਾਂ ਤੇ ਆਲਮੋਸਟ ਡੈਪੋਟੇਸ਼ਨ ਵੀ ਲੱਗ ਸਕਦੀ ਹੈ, ਮਤਲਬ ਯਾਨੀ ਕਿ ਉਹਨਾਂ ਨੂੰ ਕੰਟਰੀ ਲੀਵ ਕਰਨ ਲਈ ਵੀ ਕਿਹਾ ਜਾ ਸਕਦਾ, ਰਾਈਟ। ਸੋ ਜਦੋਂ ਅਸੀਂ ਇੱਦਾਂ ਦੇ ਕੇਸਿਸ ਨੂੰ ਹੈਂਡਲ ਕਰਦੇ ਹਾਂ ਤੇ ਅਸੀਂ ਉਹਨਾਂ ਨੂੰ ਉਹਨਾਂ ਦਾ ਕੰਮ ਕਰਵਾ ਕੇ ਦਿੰਦੇ ਹਾਂ। ਸੋ ਜਿਹੜੀ ਉਹ ਖੁਸ਼ੀ ਹੁੰਦੀ ਹੈ ਉਹਨਾਂ ਦੇ ਚਿਹਰੇ ਤੇ, ਉਹ ਜਿਹੜੇ ਖੁਸ਼ੀ ਦੇ ਆਂਸੂ ਹੁੰਦੇ ਆ, ਉਹ ਦੇਖ ਕੇ ਹੀ ਸਾਨੂੰ ਇੰਨੀ ਮੋਟੀਵੇਸ਼ਨ ਆ ਜਾਂਦੀ ਕਿ ਸਾਨੂੰ ਇਹ ਹੁੰਦਾ ਕਿ ਅਸੀਂ ਹੋਰ ਮਿਹਨਤ ਕਰਨੀ ਹੈ ਤੇ ਹੋਰ ਲੋਕਾਂ ਨੂੰ ਇਸ ਤਰੀਕੇ ਨਾਲ ਹੈਲਪ ਕਰਨਾ ਅਸੀਂ ਵਧੀਆ ਸਮਝਦੇ ਹਾਂ, ਰਾਈਟ। ਤੇ ਮੇਰੇ ਜਿੰਨੇ ਵੀ ਫੈਲੋ ਜਿਹਨੂੰ ਕਹਿ ਲਓ, ਅਸੀਂ ਸਾਡੀ ਇੱਕ ਕਮਿਊਨਿਟੀ ਹੈਗੀ ਹੈ ਕੰਸਲਟੈਂਟਸ ਦੀ, ਸਾਨੂੰ ਇਮੀਗ੍ਰੇਸ਼ਨ RCICs ਕਹਿੰਦੇ ਆ, ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟਸ। ਕੈਨੇਡਾ ਦੇ ਵਿੱਚ ਇਸ ਟਾਈਮ ਮੋਰ ਦੈਨ 1000 ਇੱਦਾਂ ਦੇ ਲੋਕੀ ਹੋਣੇ ਆ ਜਿਨ੍ਹਾਂ ਕੋਲ ਇਹ ਡੈਜ਼ਿਗਨੇਸ਼ਨ ਹੋਏਗੀ। ਲੇਕਿਨ ਮੈਂ ਇਹ ਸਮਝਦਾ ਕਿ ਅਸੀਂ ਸਾਰੇ ਇੱਕ ਭਾਈਚਾਰੇ ਵਾਂਗੂ ਹੈਗੇ ਹਾਂ, ਰਾਈਟ। ਅਸੀਂ ਸਾਰੇ ਇੱਕ ਵਧੀਆ ਉਹਦੇ ਵਿੱਚੋਂ ਲੰਘੇ ਹਾਂ, ਪ੍ਰੋਸੈਸ ਤੋਂ ਲੰਘੇ ਹਾਂ, ਪ੍ਰੋਸੀਜਰ ਤੋਂ ਲੰਘੇ ਹਾਂ ਐਂਡ ਹਰ ਇੱਕ ਦਾ ਆਪਣਾ ਆਪਣਾ ਸਟਾਈਲ ਹੈ ਕੰਮ ਕਰਨ ਦਾ, ਰਾਈਟ। ਸੋ ਬਟ ਜੇ ਤੁਸੀਂ ਸਾਡਾ ਸੋਸ਼ਲ ਮੀਡੀਆ ਦੇਖੋ, ਸਾਡਾ ਇੰਸਟਾਗ੍ਰਾਮ ਦੇਖੋ, ਅਸੀਂ ਉਹਦੇ ਵਿੱਚ ਆਪਣੇ ਕਲਾਇੰਟ ਦੀ ਸਟੋਰੀ ਸ਼ੇਅਰ ਕਰਦੇ ਹਾਂ, ਨਵੀਆਂ ਚੀਜ਼ਾਂ ਦੱਸਦੇ ਹਾਂ, ਨਵੇਂ ਫੈਕਟਸ ਦੱਸਦੇ ਹਾਂ। ਔਰ ਪਰਸਨਲੀ ਮੈਂ ਇਸ ਚੀਜ਼ ਤੇ ਜ਼ਿਆਦਾ ਫੋਕਸ ਕਰਦਾ ਕਿ ਕੁਆਲਿਟੀ ਕਮਸ ਬਿਫੋਰ ਕੁਆਂਟੀਟੀ। ਅਸੀਂ ਡੈਫੀਨੇਟਲੀ ਲੋਕਾਂ ਤੋਂ ਚਾਰਜ ਕਰਦੇ ਹਾਂ, ਬਟ ਸਾਡੀ ਜਿਹੜੀ ਫੀਸ ਹੁੰਦੀ ਹੈ ਉਹ ਇੱਕ ਰੀਜ਼ਨੇਬਲ ਪੁਆਇੰਟ ਤੇ ਹੁੰਦੀ ਹੈ ਤੇ ਜਿਹੜੀ ਸਾਡੀ ਕੁਆਲਿਟੀ ਹੁੰਦੀ ਹੈ that is basically second to none. So we make sure we do not compromise on our client quality, and this is why we consider Vaseba Immigration as one of the best consultancies in Canada.
ਜੀ ਤੇ ਜਸ਼ਨ ਮੈਂ ਇੱਕ ਹੋਰ ਗੱਲ ਪੁੱਛਣਾ ਚਾਹੂੰਗਾ ਤੁਹਾਨੂੰ ਕਿ ਜਿਵੇਂ ਤੁਸੀਂ ਦੱਸਿਆ ਹੈ ਨਾ ਕਿ ਬਹੁਤ ਸਾਰੇ ਕੇਸਿਸ ਐਸੇ ਆਉਂਦੇ ਨੇ ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਬਾਅਦ ਦੇ ਵਿੱਚ ਜਦੋਂ ਉਹ ਮਤਲਬ ਕਿ ਤੁਸੀਂ ਉਹਨਾਂ ਨੂੰ ਸਕਸੈਸਫੁਲੀ ਮਤਲਬ ਕਿ ਉਹ ਪੂਰੇ ਹੋ ਜਾਣ ਹੈ ਨਾ, ਤਾਂ ਉਸ ਤੋਂ ਬਾਅਦ ਇੱਕ ਅਲੱਗ ਖੁਸ਼ੀ ਮਿਲਦੀ ਹੈ। ਸੋ ਇੱਕ ਕੋਈ ਐਸਾ ਕੇਸ ਜਿਹੜੇ ਮਤਲਬ ਕਿ ਬਹੁਤ ਜ਼ਿਆਦਾ ਕ੍ਰਿਟੀਕਲ ਸੀਗਾ, ਤੁਸੀਂ ਬੇਸ਼ੱਕ ਉਸ ਕਲਾਇੰਟ ਦਾ ਆਪਣੇ ਦਾ ਨਾਮ ਨਹੀਂ ਦੱਸਣਾ ਹੈਗਾ, ਮੈਨੂੰ ਪਤਾ ਕਿ ਕੋਈ ਸੀਕ੍ਰੇਸੀ ਹੁੰਦੀ ਹੈ ਨਾ ਹਰ ਇੱਕ ਚੀਜ਼ ਦੀ, ਬਟ ਕੋਈ ਐਸਾ ਕੋਈ ਕੰਪਲਿਕੇਟਡ ਕੇਸ ਜਿਹੜਾ ਤੁਸੀਂ ਬਹੁਤ ਔਖੇ ਤਰੀਕੇ ਨਾਲ ਸੌਟ ਆਊਟ ਕੀਤਾ ਹੋਵੇ, ਤਾਂ ਕਿ ਜਿਹੜੇ ਸਾਡੇ ਵਿਊਅਰਸ ਹੈਗੇ ਉਹਨਾਂ ਨੂੰ ਪਤਾ ਲੱਗ ਸਕੇ ਨਾ ਕੁਝ। ਸੋ ਸਤੀ ਜੀ, ਮੈਂ ਬਹੁਤ ਡਿਟੇਲਸ ਤਾਂ ਨਹੀਂ ਜਾ ਸਕਦਾ ਬਿਕੋਜ਼ ਜੀ ਅਗੇਨ ਜਿੱਦਾਂ ਤੁਸੀਂ ਆਪ ਹੀ ਉਸ ਚੀਜ਼ ਨੂੰ ਡਿਸਕ੍ਰਾਈਬ ਕਰ ਦਿੱਤਾ, ਕੌਨਫੀਡੈਂਸ਼ੀਅਲਿਟੀ ਇਜ਼ ਅ ਬਿਗ ਕਲੌਜ਼। ਮੈਂ ਤੁਹਾਨੂੰ ਇੱਕ ਬਹੁਤ ਥੋੜਾ ਜਿਹਾ ਆਈਡੀਆ ਦੇ ਸਕਦਾ ਵੇਗ ਜਾ, ਬਿਕੋਜ਼ ਅਸੀਂ ਇੱਕ ਨੈਸ਼ਨਲ ਪਲੇਟਫਾਰਮ ਤੇ ਐਂਡ ਸਾਨੂੰ ਥੋੜਾ ਜਿਹਾ ਕੌਨਫੀਡੈਂਸ਼ੀਅਲਿਟੀ ਦਾ ਰੱਖਣਾ ਪੈਂਦਾ। ਬਟ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ, ਸਾਡੇ ਕੋਲ ਇਸ ਤਰ੍ਹਾਂ ਦੇ ਕੇਸਿਸ ਆਉਂਦੇ ਆ ਕਿ ਕੋਈ ਵਿਜ਼ਿਟਰ ਆਇਆ ਹੋਏਗਾ ਕੈਨੇਡਾ ਦੇ ਵਿੱਚ ਤੇ ਉਹ ਕਿਸੇ ਕੰਸਲਟੈਂਟ ਕੋਲ ਚਲਾ ਗਿਆ ਤੇ ਉਹਨਾਂ ਨੇ ਕੋਈ ਗਲਤ ਐਡਵਾਈਸ ਕਰ ਦਿੱਤੀ ਕਿ ਚਲੋ ਤੁਸੀਂ ਤੁਸੀਂ ਅਪਲਾਈ ਕਰ ਲਓ, ਤੇ ਇਸੇ ਦੇ ਚੱਕਰ 'ਚ ਉਹਨਾਂ ਦਾ ਟਾਈਮ ਨਿਕਲ ਜਾਂਦਾ। ਤੇ ਕੈਨੇਡਾ ਦੇ ਵਿੱਚ ਨਾ ਤੁਸੀਂ ਚਾਹੇ ਸਟੱਡੀ ਤੇ ਆਏ ਹੋ, ਵਰਕ ਤੇ ਆਏ ਹੋ, ਵਿਜ਼ਿਟ ਕਰਨ ਆਏ ਹੋ, ਜੇ ਤੁਹਾਡਾ ਇੱਕ ਡਿਊਰੇਸ਼ਨ ਹੁੰਦੀ ਹੈ ਉਸ ਪਰਮਿਟ ਦੀ, ਉਸ ਵੀਜ਼ੇ ਦੀ, ਜੇ ਤੁਸੀਂ ਉਹ ਤੋਂ ਟੱਪ ਜਾਂਦੇ ਹੋ ਤੇ ਬੇਸਿਕਲੀ ਉਹ ਇੱਕ ਤਰ੍ਹਾਂ ਤੋਂ ਓਵਰਸਟੇ ਮੰਨਿਆ ਜਾਂਦਾ। ਜੇ ਤੁਹਾਡਾ ਵੀਜ਼ਾ ਐਕਸਪਾਇਰ ਹੋ ਜਾਂਦਾ ਫਿਰ ਤੁਹਾਨੂੰ ਇੱਕ ਰੈਸਟੋਰੇਸ਼ਨ ਇੱਕ ਟਰਮ ਹੈਗੀ ਇੱਥੇ ਕਿ ਤੁਹਾਡੇ ਕੋਲ ਉਹ ਪੀਰੀਅਡ ਸ਼ੁਰੂ ਹੋ ਜਾਂਦਾ ਕਿ ਤੁਹਾਡੇ ਕੋਲ ਕੁਝ ਚੰਦ ਦਿਨ ਹੁੰਦੇ ਆ ਜਿਹਦੇ ਵਿੱਚ ਤੁਹਾਨੂੰ ਆਪਣਾ ਸਟੇਟਸ ਪੀਰੀਅਡ ਰਿਸਟੋਰ ਕਰਨਾ ਪੈਂਦਾ। ਰਾਈਟ। ਹੁਣ ਕਈ ਵਾਰੀ ਕੀ ਹੁੰਦਾ, ਕਲਾਇੰਟਸ ਇੰਨੇ ਕੰਪਲਿਕੇਟਿਡ ਕੇਸਿਸ ਨਾਲ ਆਉਂਦੇ ਆ, ਉਹ ਇੱਕ ਵਾਰੀ ਰਿਜੈਕਟ ਹੋਏ ਹੁੰਦੇ ਆ, 2 ਵਾਰੀ ਰਿਜੈਕਟ ਹੋਏ ਹੁੰਦੇ ਆ, ਜਾਂ ਪਹਿਲਾਂ ਉਹਨਾਂ ਨੇ ਕੋਈ ਗਲਤ ਕਾਗਜ਼ ਸਬਮਿਟ ਕਰ ਦਿੱਤਾ ਹੁੰਦਾ ਸੀ, ਆਪਣੀ ਕੈਨੇਡੀਅਨ ਇਮੀਗ੍ਰੇਸ਼ਨ ਉਹਨਾਂ ਦੀ ਪੂਰੀ ਫਾਈਲ ਰਿਫਿਊਜ਼ ਕਰ ਦਿੰਦੀ ਆ, ਉਹ ਬਹੁਤ ਮੈਸਡ ਅਪ ਹੋ ਜਾਂਦਾ। ਉਹ ਪਹਿਲਾਂ ਕੁਝ ਹੋਰ ਇਨਫੋਰਮੇਸ਼ਨ ਭਰ ਦਿੰਦੇ ਆ ਆਉਣ ਲੱਗੇ ਤੇ ਬਾਅਦ ਦੇ ਵਿੱਚ ਕੁਝ ਹੋਰ ਇਨਫੋਰਮੇਸ਼ਨ ਭਰ ਦਿੰਦੇ ਆ। ਬਹੁਤ ਖਤਰਨਾਕ ਕੇਸਿਸ ਦੇ ਵਿੱਚ ਕਈ ਵਾਰੀ ਉਹਨਾਂ ਤੇ ਬੈਨ ਵੀ ਲੱਗ ਜਾਂਦੀ ਹੈ 5 ਸਾਲ ਦੀ, ਜਿਹਨੂੰ ਅਸੀਂ ਕਹਿੰਦੇ ਹਾਂ ਮਿਸ ਰੈਪਰੈਜ਼ੈਂਟੇਸ਼ਨ ਇਨ ਦ ਲੀਗਲ ਟਰਮਸ। ਸੋ ਇਸੇ ਤਰੀਕੇ ਦੇ ਕੇਸਿਸ ਜਦੋਂ ਸਾਡੇ ਕੋਲ ਆਉਂਦੇ ਆ, ਸਾਨੂੰ ਸਭ ਤੋਂ ਪਹਿਲਾਂ ਅਸੈਸ ਕਰਨੀ ਪੈਂਦੀ ਹੈ ਉਹਦੀ ਹਿਸਟਰੀ। ਦੈਨ ਅਸੀਂ ਦੇਖਦੇ ਹੈਗੇ ਆ ਕੈਨੇਡੀਅਨ ਇਮੀਗ੍ਰੇਸ਼ਨ ਲਾਅ ਨੂੰ, ਠੀਕ ਹੈ, ਕਿ ਉਹਦੇ ਵਿੱਚ ਕਿਹੜੇ-ਕਿਹੜੇ ਸੈਕਸ਼ਨਸ ਨੇ, ਕਿਹੜੇ-ਕਿਹੜੇ ਸਬ ਸੈਕਸ਼ਨਸ ਨੇ ਜਿਹਦੇ ਬੇਸ ਤੇ ਆਪਾਂ ਉਹਨੂੰ ਅਪਲਾਈ ਕਰ ਸਕਦੇ ਹਾਂ ਉਸ ਕੇਸ ਦੇ ਵਿੱਚ। ਤੇ ਇੱਕ ਕਾਮਨ ਟਰਮ ਹੈਗੀ ਇੱਥੇ ਕੇਸ ਲਾਅ, ਯਾਨੀ ਕਿ ਜਿਹੜੇ ਪੁਰਾਣੇ ਕੋਰਟ ਦੇ ਵਿੱਚ ਕੇਸਿਸ ਹੁੰਦੇ ਆ ਜਿਹੜੇ ਕਿ ਜਿੱਤੇ ਹੁੰਦੇ ਆ, ਸੋ ਉਸ ਕੇਸ ਨੂੰ ਐਜ਼ ਅ ਰੈਫਰੈਂਸ ਬਣਾ ਕੇ ਅਸੀਂ ਕਿਵੇਂ ਇਸ ਕੇਸ ਤੇ ਅਪਲਾਈ ਕਰ ਸਕਦੇ ਹਾਂ। ਸੋ ਇਟ ਇਨਵੋਲਵਸ ਅ ਲੋਟ ਆਫ ਲੀਗਲ ਟਰਮੀਨੋਲੋਜੀਜ਼ ਐਂਡ ਕਾਫੀ ਜ਼ਿਆਦਾ ਮਿਹਨਤ ਹੁੰਦੀ ਹੈ, ਕਾਫੀ ਜ਼ਿਆਦਾ ਪੜ੍ਹਾਈ ਕਰਨੀ ਪੈਂਦੀ ਹੈ। ਐਵੇਂ ਨਹੀਂ ਹੁੰਦਾ ਕਿ ਬਸ ਫਾਰਮ ਚੱਕ ਕੇ ਫਿਲ ਕਰ ਦਿਓ ਐਂਡ ਸਬਮਿਟ ਕਰ ਦਿਓ ਐਪਲੀਕੇਸ਼ਨ ਨੋਟ। ਦਿਸ ਇਜ਼ ਵਾਈ ਵੀ ਗੈਟ ਦ ਸਕਸੈਸ ਬਿਕੋਜ਼ ਵੀ ਐਕਚੁਅਲੀ ਸਪੈਂਡ ਆਰ ਟਾਈਮ diligently in each single file। ਜੀ ਤੇ ਜਸ਼ਨ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਪੁੱਛਣੀ ਚਾਹੂੰਗਾ, ਕਿਉਂਕਿ ਤੁਸੀਂ ਮੈਂਸ਼ਨ ਕੀਤਾ ਹੋਇਆ ਜਦੋਂ ਮੈਂ ਥੋੜੇ ਨਾ ਡਿਸਕ੍ਰਿਪਸ਼ਨ ਪੜ੍ਹੀ ਹੈ, ਹੁਣ ਕਿਉਂਕਿ ਆਡੀਅנס ਨੂੰ ਥੋੜਾ ਜਿਹਾ ਮੈਂ ਜਸ਼ਨ ਬਾਰੇ, ਪੰਜਾਬ ਦੇ ਬੈਕਗਰਾਊਂਡ ਬਾਰੇ ਥੋੜਾ ਦੱਸਣਾ ਚਾਹੁੰਦਾ ਹੈ ਨਾ। ਤੁਸੀਂ ਆਰਟਿਸਟ ਵੀਜ਼ਾ ਸਪੈਸ਼ਲਿਟੀ ਹੈ ਨਾ ਦੱਸੀ ਹੋਈ ਕਿ ਆਰਟਿਸਟ ਵੀਜ਼ਾ ਵਾਸਤੇ ਬਹੁਤ ਵਧੀਆ, ਕਿਉਂਕਿ ਮਿਊਜ਼ਿਕ ਇੰਡਸਟਰੀ ਦੇ ਨਾਲ ਰਿਲੇਟਡ ਜਿੰਨੇ ਵੀ ਲੋਕ ਹੈਗੇ ਨੇ ਹੈ ਨਾ, ਉਹਨਾਂ ਨੂੰ ਬਹੁਤ ਸਾਰੀ ਹੁੰਦੀ ਹੈ ਕਿ ਅਸੀਂ ਕੈਨੇਡਾ ਜਾਈਏ ਮੂਵ ਹੋਣਾ ਹੈ ਨਾ, ਹਰ ਇੱਕ ਬੰਦੇ ਦੀ ਲਾਈਫ ਦੇ ਵਿੱਚ ਹੁੰਦਾ। ਸੋ ਤੁਸੀਂ ਇੱਕ ਆਰਟਿਸਟ ਵੀਜ਼ਾ ਦੀ ਆਪਸ਼ਨ ਵੀ ਬਹੁਤ ਅੱਛੀ ਰੱਖੀ ਹੋਈ ਹੈ। ਸੋ ਪਹਿਲਾਂ ਤਾਂ ਮਤਲਬ ਕਿ ਥੋੜਾ ਜਿਹਾ ਉਸ ਬਾਰੇ ਦੱਸ ਦਿਓ, ਫਿਰ ਉਸ ਤੋਂ ਬਾਅਦ ਜਸ਼ਨ ਦੀ ਮੈਂ ਬੈਕਗਰਾਊਂਡ ਜਿਹੜੀ ਹੈਗੀ ਉਹ ਵੀ ਪੁੱਛਾਂਗੇ ਆਪਾਂ, ਤੇ ਥੋੜਾ ਜਿਹਾ ਦੱਸਾਂਗੇ ਵੀ ਉਹਨਾਂ ਬਾਰੇ। ਜੀ ਸੋ ਆਰਟਿਸਟ ਵੀਜ਼ਾ ਬਾਰੇ ਇੱਦਾਂ ਹੈਗਾ ਸਤੀ ਜੀ, ਜਿੱਦਾਂ ਆਪਣੇ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਤੁਸੀਂ ਆਪ ਹੀ ਉਹ ਚੀਜ਼ ਦੇ ਬਾਰੇ ਗੱਲ ਕਰ ਚੁੱਕੇ ਹੋ ਕਿ ਕੈਨੇਡਾ ਦੇ ਵਿੱਚ ਕਿੰਨੇ ਪੰਜਾਬੀ ਵੀਰ ਭੈਣ ਭਰਾ ਆਪਣੇ ਵਾਸਤੇ ਹੈਗੇ ਆ, ਰਾਈਟ। ਤੇ ਆਰਟਿਸਟ ਵੀਜ਼ਾ ਇੱਕ ਬਹੁਤ ਇੰਪੋਰਟੈਂਟ ਪਾਰਟ ਹੈਗਾ ਕੈਨੇਡੀਅਨ ਕਲਚਰ ਦਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਕੈਨੇਡਾ ਬਾਰੇ ਕਿ ਕੈਨੇਡਾ ਇੱਕ ਬਹੁਤ ਮਲਟੀ ਕਲਚਰਲ ਕੰਟਰੀ ਹੈਗੀ ਹੈ। ਜਦੋਂ ਆਪਾਂ ਇਹ ਵਰਡ ਯੂਜ਼ ਕਰਦੇ ਹਾਂ ਇਹਦਾ ਮਤਲਬ ਹੈ ਕਿ ਕੈਨੇਡਾ ਬੜੇ ਓਪਨ ਆਰਮਸ ਨਾਲ ਹਰ ਇੱਕ ਕਲਚਰ ਨੂੰ ਵੈਲਕਮ ਕਰਦੀ ਹੈ, ਠੀਕ ਹੈ ਜੀ। ਕੈਨੇਡਾ ਲਾਗੇ ਪੈਂਦਾ ਅਮਰੀਕਾ ਦੇ ਬਿਲਕੁਲ, ਤੇ ਨਾਲ ਇਹਨਾਂ ਦੇ ਲਾਸ ਐਂਜਲਿਸ ਦੀ ਹੈਗੀ ਹੈ 2 ਘੰਟੇ ਦੀ ਫਲਾਈਟ। ਬਹੁਤ ਸਾਰੀ ਅਮਰੀਕਨ ਮੂਵੀਜ਼ ਇੱਥੇ ਆ ਕੇ ਸ਼ੂਟ ਹੁੰਦੀ ਹੈ, ਬਹੁਤ ਸਾਰੇ ਗਾਣੇ ਸ਼ੂਟ ਹੁੰਦੇ ਆ। ਇਸੇ ਤਰੀਕੇ ਨਾਲ ਆਲ ਓਵਰ ਦਾ ਵਰਲਡ, ਖਾਸ ਕਰ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਗਾਣੇ ਦੇ ਫਿਲਮਾਂ ਹੈਗੀਆਂ ਜਿਹੜੇ ਇੱਥੇ ਸ਼ੂਟ ਹੁੰਦੇ ਆ। ਪੂਰੇ ਕੈਨੇਡਾ ਦੀ ਮਿਊਜ਼ਿਕ ਇੰਡਸਟਰੀ, ਖਾਲੀ ਮਿਊਜ਼ਿਕ ਇੰਡਸਟਰੀ US $1 ਬਿਲੀਅਨ ਤੋਂ ਜ਼ਿਆਦਾ ਦੀ ਹੈਗੀ ਅੱਜ ਦੀ ਡੇਟ 'ਚ, ਵਿਚ ਇਜ਼ ਅ ਵੈਰੀ ਬਿਗ ਨੰਬਰ। ਐਂਡ ਕੈਨੇਡਾ ਇੱਕ ਐਦਾਂ ਦੀ ਕੰਟਰੀ ਹੈ ਜਿਹੜੀ ਕਿ ਫਿਲਮ ਮੇਕਰਸ ਨੂੰ ਤੇ ਪ੍ਰੋਜੈਕਟਸ ਨੂੰ ਸਪੈਸ਼ਲ ਇਨਸੈਂਟਿਵਸ ਤੱਕ ਦਿੰਦੀ ਹੈ, ਟੈਕਸ ਰਿਬੇਟਸ ਤੱਕ ਦਿੰਦੀ ਹੈ। ਯਾਨੀ ਕਿ ਜਦੋਂ ਕੋਈ ਇੱਥੇ ਆ ਕੇ ਸ਼ੂਟਿੰਗ ਕਰਦਾ ਹੈਗਾ ਤੇ ਫਿਰ ਉਹਨਾਂ ਨੂੰ ਕਾਫੀ ਸੇਵਿੰਗਸ ਹੁੰਦੀ ਹੈ ਐਜ਼ ਕੰਪੇਅਰ ਟੂ ਦੇ ਗੋ ਇਨ ਅਨਦਰ ਕੰਟਰੀ ਐਂਡ ਸ਼ੂਟ। ਤੁਸੀਂ ਕੈਨੇਡਾ ਦੇ ਵਿੱਚ ਆ ਜਾਓ, ਤੁਹਾਨੂੰ ਡਿਫਰੈਂਟ ਪਾਰਟਸ ਆਫ ਕੈਨੇਡਾ ਦੇ ਵਿੱਚ ਇੱਕ ਡਿਫਰੈਂਟ ਹੀ ਸਿਨੈਰੀਓ ਦੇਖਣ ਨੂੰ ਮਿਲੇਗਾ ਲੈਂਡਸਕੇਪਸ ਦਾ।
ਤੁਸੀਂ ਜੇ ਕਿਊਬੈਕ ਮੌਂਟਰੀਅਲ ਜਾਓ ਤੁਹਾਨੂੰ ਇੰਜ ਲੱਗੇਗਾ ਤੁਸੀਂ ਫਰਾਂਸ ਆ ਗਏ ਹੋ। ਤੁਸੀਂ ਜੇ ਪ੍ਰਿੰਸ ਐਡਵਰਡ ਆਈਲੈਂਡ ਜਾਓ ਤੁਹਾਨੂੰ ਇੰਜ ਲੱਗੇਗਾ ਕਿ ਤੁਸੀਂ ਇਟਲੀ ਦੇ ਕਿਸੇ ਪਾਰਟ 'ਚ ਆ ਗਏ ਹੋ। ਤੁਸੀਂ ਜੇ ਬ੍ਰਿਟਿਸ਼ ਕੋਲੰਬੀਆ 'ਚ ਆਓ ਤੁਹਾਨੂੰ ਇੰਜ ਲੱਗੇਗਾ ਕਿ ਤੁਸੀਂ ਸਵਿਟਜ਼ਰਲੈਂਡ ਆ ਗਏ ਹੋ ਜਾਂ ਕੋਈ ਹੋਰ ਵਧੀਆ ਯੂਰੋਪੀਅਨ ਕੰਟਰੀ 'ਚ ਆ ਗਏ ਹੋ। ਇਨਫੈਕਟ ਵੈਂਕੂਵਰ ਦੇ ਵਿੱਚ ਵੀ ਇੱਦਾਂ ਦੇ ਛੋਟੇ ਛੋਟੇ ਹਿੱਸੇ ਨੇ ਜਿੱਥੇ ਤੁਹਾਨੂੰ ਇੰਜ ਲੱਗੇਗਾ ਕਿ ਤੁਸੀਂ ਲੰਡਨ 'ਚ ਹੋ ਜਾਂ ਤੁਸੀਂ ਕਿੱਥੇ ਹੋ। ਸੋ ਕਾਫੀ ਡਾਈਵਰਸ ਹੈ, ਕਾਫੀ ਜ਼ਿਆਦਾ ਕਲਚਰ ਹੈ। ਆਰਟਿਸਟ ਵੀਜ਼ਾਸ ਅੱਜ ਤੋਂ ਨਹੀਂ ਬਹੁਤ ਦੇਰ ਤੋਂ ਚੱਲ ਰਹੇ ਹਨ ਐਂਡ ਇਨਫੈਕਟ ਬਹੁਤ ਲੋਕਾਂ ਨੂੰ ਇਹ ਗੱਲ ਨਹੀਂ ਵੀ ਪਤਾ ਹੋਏਗੀ ਐਂਡ ਇਸ ਲਈ ਮੈਂ ਸਾਡੇ ਦਰਸ਼ਕਾਂ ਨੂੰ ਇਹ ਚੀਜ਼ ਬਾਰੇ ਵੀ ਅਵੇਅਰ ਕਰ ਦੇਣਾ ਚਾਹੁੰਦਾ ਕਿਉਂਕਿ ਬਹੁਤ ਜ਼ਿਆਦਾ ਮਿਸਗਾਈਡੈਂਸ ਵੀ ਹੁੰਦੀ ਹੈ ਕਈ ਚੀਜ਼ਾਂ ਨੂੰ ਲੈ ਕੇ ਕਿ ਤੁਸੀਂ ਕੈਨੇਡਾ ਦੇ ਵਿੱਚ ਵਿਜ਼ਿਟ ਕਰਨ ਵੀ ਆ ਸਕਦੇ ਹੋ ਐਜ਼ ਐਨ ਆਰਟਿਸਟ, ਪਰਫਾਰਮ ਕਰਨ ਵੀ ਆ ਸਕਦੇ ਹੋ, ਕੰਮ ਕਰਨ ਵੀ ਆ ਸਕਦੇ ਹੋ ਤੇ ਤੁਸੀਂ ਪੱਕੇ ਵੀ ਹੋ ਸਕਦੇ ਹੋ। ਐਦਾਂ ਦੇ ਪ੍ਰੋਗਰਾਮਸ ਕੈਨੇਡੀਅਨ ਗਵਰਨਮੈਂਟ ਨੇ ਲਾਂਚ ਕੀਤੇ ਹੈਗੇ ਆ। ਮਤਲਬ ਅੱਜ ਦੀ ਡੇਟ 'ਚ ਕੈਨੇਡਾ ਦੇ ਵਿੱਚ ਮੋਰ ਦੈਨ 60 ਇਮੀਗ੍ਰੇਸ਼ਨ ਰਿਲੇਟਡ ਪ੍ਰੋਗਰਾਮਸ ਹਨ। ਤੁਸੀਂ ਗੱਲ ਕਰੋ ਚਾਹੇ ਇੱਥੇ ਪੜ੍ਹ ਕੇ ਪੱਕੇ ਹੋਣ ਦੀ ਜਾਂ ਕੰਮ ਕਰਕੇ ਪੱਕੇ ਹੋਣ ਦੀ ਜਾਂ ਫਿਰ ਇਨਵੈਸਟਮੈਂਟ ਕਰਕੇ ਪੱਕੇ ਹੋਣ ਦੀ। ਲੇਕਿਨ ਜਿਹੜੇ ਆਰਟਿਸਟ ਕਲਚਰ ਲੋਕੀ ਹੈਗੇ ਆ, ਮੈਂ ਹੁਣ ਐਗਜ਼ਾਮਪਲਸ ਦੇਣਾ ਤੁਹਾਨੂੰ, ਜਿੱਦਾਂ ਰਾਈਟਰਸ ਹੋ ਗਏ ਆ, ਸਿੰਗਰਸ ਹੋ ਗਏ ਆ, ਮਿਊਜ਼ੀਸ਼ੀਅਨਸ ਹੋ ਗਏ, ਇਨਫੈਕਟ ਜਿਨ੍ਹਾਂ ਨੂੰ ਆਪਣਾ ਮਿਊਜ਼ੀਕਲ ਇੰਸਟਰੂਮੈਂਟਸ ਬਹੁਤ ਵਧੀਆ ਤਰੀਕੇ ਨਾਲ ਪਲੇ ਕਰਨੇ ਆਉਂਦੇ ਆ ਤੇ ਉਹਨਾਂ ਨੇ ਬਹੁਤ ਸ਼ੋਜ਼ ਕੀਤੀਆਂ ਇੱਥੇ ਮਤਲਬ ਵੱਡੇ ਵੱਡੇ ਆਰਟਿਸਟਾਂ ਨਾਲ। ਉਹ ਲੋਕੀ ਵੀ ਆਪਣੀ PR ਦੀ ਫਾਈਲ ਸਿੱਧੀ ਪਾ ਸਕਦੇ ਆ ਜੇ ਉਹ ਉਨ ਪ੍ਰੋਗਰਾਮਸ ਦੇ ਵਿੱਚ ਮੀਟ ਕਰਦੇ ਆ। ਬਹੁਤ ਸਾਰੇ ਕੰਸਲਟੈਂਟਸ ਇਸ ਚੀਜ਼ ਬਾਰੇ ਨਹੀਂ ਗੱਲ ਕਰਦੇ ਸੱਤੀ ਭਾਜੀ, ਬਟ ਉਹ ਬਿਕੋਜ਼ ਕਿ ਉਹਦੇ ਵਿੱਚ ਟਾਈਮ ਬਹੁਤ ਲੱਗਦਾ ਔਰ ਉਹ ਕਾਫੀ ਇੱਕ ਪੜ੍ਹਨ ਵਾਲੀ ਚੀਜ਼ ਹੈਗੀ ਔਰ ਕੰਸਲਟੈਂਟ ਦਾ ਕੰਮ ਬਹੁਤ ਵੱਧ ਜਾਂਦਾ ਉਹਦੇ ਵਿੱਚ। ਸੋ ਬਟ ਇਸ ਤਰ੍ਹਾਂ ਦੇ ਬਹੁਤ ਪ੍ਰੋਗਰਾਮਸ ਨੇ ਔਰ ਪਹਿਲਾਂ ਵੀ ਆਰਟਿਸਟ ਆਏ ਹੈਗੇ ਕੈਨੇਡਾ ਇਸ ਪ੍ਰੋਗਰਾਮ ਦੇ ਵਿੱਚ। ਹੁਣ ਵੀ ਕਈ ਸਾਰੇ ਆਰਟਿਸਟ ਨੇ ਫਾਈਲ ਲਾਈ ਹੋਣੀ ਹੈ ਐਂਡ ਜਿਨ੍ਹਾਂ ਕਿ ਸਾਨੂੰ ਕਈ ਵਾਰੀ ਪਤਾ ਵੀ ਨਹੀਂ ਹੁੰਦਾ, ਬਟ these are some programs which artists, musicians and creative people can take a very good advantage of. ਬਹੁਤ ਵਧੀਆ, ਤੁਸੀਂ ਬਹੁਤ ਅੱਛੇ ਤਰੀਕੇ ਨਾਲ ਸਾਰੀ ਗੱਲ ਐਕਸਪਲੇਨ ਕੀਤੀ ਤੇ ਮੈਂ ਉਮੀਦ ਕਰਦਾ ਕਿ ਸਾਰੇ ਜਣੇ ਜਿੰਨੇ ਵੀ ਦਰਸ਼ਕ ਇਸ ਟਾਈਮ ਇਸ ਸ਼ੋਅ ਨੂੰ ਦੇਖ ਰਹੇ ਨੇ ਉਹ ਜ਼ਰੂਰ ਗੱਲਾਂ ਨੂੰ ਸਮਝ ਗਏ ਹੋਣਗੇ। ਅਦਰਵਾਈਜ਼ ਜਿਨ੍ਹਾਂ ਨੂੰ ਕੋਈ ਪ੍ਰੋਬਲਮਸ ਆ ਰਹੀਆਂ ਨੇ ਨਾ ਉਹ ਵਸੇਬਾ ਇਮੀਗ੍ਰੇਸ਼ਨ ਐਂਡ ਵੀਜ਼ਾ ਕੰਸਲਟੈਂਟ ਨਾਲ ਡਾਇਰੈਕਟਲੀ ਗੱਲ ਕਰ ਸਕਦੇ ਨੇ ਇਹਨਾਂ ਦੇ ਫੇਸਬੁੱਕ ਜਾਂ ਇੰਸਟਾਗ੍ਰਾਮ ਦੇ ਉੱਤੇ ਜਾ ਕੇ ਤੇ ਉੱਥੋਂ ਕੰਟੈਕਟ ਨੰਬਰ ਲੈ ਕੇ ਅੱਗੇ ਫਰਦਰ ਜੋ ਹੈਗੀ ਕੁਐਰੀਜ਼ ਉਹ ਆਪਣੀਆਂ ਗੱਲਾਂ ਕਰ ਸਕਦੇ ਨੇ, ਹੈ ਨਾ। ਸੋ ਮੈਂ ਜਸ਼ਨਵੀਰ ਇੱਥੇ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੇ ਫੇਸਬੁੱਕ ਔਰ ਇੰਸਟਾਗ੍ਰਾਮ ਦੀ ID ਜਿਹੜੀ ਉਹ ਬੋਲ ਕੇ ਥੋੜਾ ਮੈਂਸ਼ਨ ਕਰ ਦਿਓ ਤਾਂ ਕਿ ਈਜ਼ੀਲੀ ਅਪਰੋਚੇਬਲ ਹੋ ਜਾਣ, ਹੈ ਨਾ ਲੋਕ। ਬਿਲਕੁਲ ਸਤੀ ਭਾਜੀ। ਸੋ ਸਾਡੇ ਦਰਸ਼ਕਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਇੰਸਟਾਗ੍ਰਾਮ ਤੇ ਹੈਗੇ ਹਾਂ ਵਸੇਬਾ ਇਮੀਗ੍ਰੇਸ਼ਨ ਦੇ ਨਾਮ ਤੇ। ਸਾਡਾ ਇੱਕ ਬਹੁਤ ਯੂਨੀਕ ਲੋਗੋ ਹੈ, ਸਪੈਸ਼ਲ ਬਲੈਕ ਯੈਲੋ ਐਂਡ ਵਾਈਟ ਤੇ ਲਿਖਿਆ ਹੋਏਗਾ। ਸੋ ਤੁਸੀਂ ਇੰਸਟਾਗ੍ਰਾਮ ਤੇ ਜਾ ਕੇ ਵਸੇਬਾ ਇਮੀਗ੍ਰੇਸ਼ਨ ਫੋਲੋ ਕਰ ਸਕਦੇ ਹੋ। ਦੈਨ ਤੁਸੀਂ ਫੇਸਬੁੱਕ ਤੇ ਵਸੇਬਾ ਕੈਨੇਡਾ ਇਮੀਗ੍ਰੇਸ਼ਨ ਦੇ ਨਾਮ ਤੇ ਪੇਜ ਸਰਚ ਕਰ ਸਕਦੇ ਹੋ which is quite similar to our Instagram page. Basically ਜੋ ਅਸੀਂ ਬਹੁਤ ਜ਼ਿਆਦਾ ਰੈਗੂਲਰਲੀ ਪੋਸਟਿੰਗਸ ਕਰਦੇ ਆਪਣੇ ਇੰਸਟਾਗ੍ਰਾਮ ਤੇ ਐਂਡ ਵੀ ਹਾਈਲੀ ਇਨਕਰੇਜ ਆਲ ਦ ਵਿਊਅਰਸ ਕਿ ਤੁਸੀਂ ਪਲੀਜ਼ ਸਾਡੇ ਇੰਸਟਾਗ੍ਰਾਮ ਪੇਜ ਤੇ ਆਓ ਬਿਕੋਜ਼ ਅਸੀਂ ਕੈਨੇਡਾ ਬਾਰੇ ਬਹੁਤ ਡਿਫਰੈਂਟ ਫੈਕਟਸ ਉਹਦੇ ਤੇ ਪੋਸਟ ਕਰਦੇ ਹਾਂ। ਵੈਰੀ ਸੂਨ ਅਸੀਂ ਕੈਨੇਡੀਅਨ ਵਲੌਗ ਵੀ ਸ਼ੁਰੂ ਕਰਨ ਲੱਗੇ ਹਾਂ ਜਿਹਦੇ ਵਿੱਚ ਅਸੀਂ ਡਿਫਰੈਂਟ ਸਿਟੀਜ਼, ਪ੍ਰੋਵਿੰਸਸ ਔਰ ਕੈਨੇਡਾ ਦੇ ਬਾਰੇ ਬਹੁਤ ਵਧੀਆ ਫੈਕਟਸ ਸ਼ੇਅਰ ਕਰਾਂਗੇ, ਨੌਲੇਜ ਬੇਸਡ ਫੈਕਟਸ ਜੋ ਕਿ ਬਹੁਤ ਸਾਰੇ ਵਿਊਅਰਸ ਨੂੰ ਉਹਨਾਂ ਦੇ ਇੰਟਰਸਟ ਬੇਸ ਦੇ ਅਕੋਰਡਿੰਗ ਉਹ ਚੀਜ਼ ਸ਼ਾਇਦ ਵਧੀਆ ਲੱਗ ਸਕਦੀ ਹੈ। ਪਲੱਸ ਸਾਡੇ ਕਲਾਇੰਟ ਟੈਸਟੀਮੋਨੀਅਲਸ ਰਾਈਟ ਐਂਡ ਕੋਈ ਵੀ ਕੁਐਰੀਜ਼ ਹੈਗੀ ਹੈ ਉੱਥੇ ਤੁਸੀਂ ਸਾਡਾ ਡਾਇਰੈਕਟ ਨੰਬਰ ਸਾਡੀ ਈਮੇਲ ਦੇ ਥਰੂ ਸਾਨੂੰ ਅਪਰੋਚ ਕਰ ਸਕਦੇ ਹੋ। ਤੁਸੀਂ ਪਹਿਲਾਂ ਮੈਨੂੰ ਇੱਕ ਕੁਐਸਚਨ ਪੁੱਛਿਆ ਸੀਗਾ ਕਿ ਲੋਕੀ ਸਾਡੇ ਕੋਲ ਕਿਉਂ ਆਉਂਦੇ ਨੇ। ਉਹਦਾ ਸਰ ਸਵਾਲ ਦਾ ਜਵਾਬ ਇਹੀ ਹੈਗਾ ਕਿ ਅਸੀਂ ਕਦੀ ਵੀ ਕਿਸੇ ਕਲਾਇੰਟ ਦੀ ਕਾਲਸ ਨਹੀਂ ਮਿਸ ਕਰਦੇ। ਸਾਡਾ ਕੋਈ ਵੀ ਕਲਾਇੰਟ ਹੈਗਾ ਚਾਹੇ ਕੈਨੇਡਾ 'ਚ ਹੈ ਚਾਹੇ ਇੰਡੀਆ 'ਚ ਹੈ ਕੋਈ ਵੀ ਦੇਸ਼ 'ਚ ਹੈ। ਔਰ ਬਾਈ ਦ ਵੇ ਮੈਂ ਤੁਹਾਨੂੰ ਇਹ ਵੀ ਮੈਂਸ਼ਨ ਕਰ ਦੇਣਾ ਚਾਹੁੰਦਾ ਕਿ ਸਾਡੇ ਮੋਰ ਦੈਨ 10 ਕੰਟਰੀਜ਼ ਦੇ ਵਿੱਚ ਕਲਾਇੰਟਸ ਬੈਠੇ ਹੈ। 60% ਆਫ ਆਰ ਕਲਾਇੰਟਸ ਡੋਂਟ ਇਵਨ ਕਮ ਇਨ ਟੂ ਆਰ ਆਫਿਸ। ਮਤਲਬ ਸਾਡਾ ਸਾਰਾ ਕੰਮ ਈਮੇਲਸ ਤੇ ਚੱਲਦਾ ਹੈ। ਬਹੁਤ ਟਰਾਂਸਪੇਰੈਂਟ ਸਿਸਟਮ ਹੈਗਾ, ਬਹੁਤ ਈਜ਼ੀ ਇੰਟਰਫੇਸ ਹੈਗਾ ਸਾਡੇ ਕਲਾਇੰਟਸ ਲਈ ਐਂਡ ਬਹੁਤ ਕੁਇਕ ਰਿਸਪੌਂਸ ਹੈ ਸਾਡੀ ਟੀਮ ਵੱਲੋਂ। ਬਿਲਕੁਲ ਜਸ਼ਨ, ਇਹ ਬਹੁਤ ਜ਼ਿਆਦਾ ਜ਼ਰੂਰੀ ਵੀ ਹੈ ਕਿਉਂਕਿ ਟਰਾਂਸਪੇਰੈਂਸੀ ਨਾਲ ਅਗਰ ਕੰਮ ਕੀਤਾ ਜਾਵੇ ਤਾਂ ਬਹੁਤ ਜ਼ਿਆਦਾ ਲੋਕ ਜੁੜਦੇ ਵੀ ਹੈਗੇ ਆ ਔਰ ਦਿਲੋਂ ਜੁੜਦੇ ਆ ਬੇਸਿਕਲੀ, ਹੈ ਨਾ। ਕਿਉਂਕਿ ਅੱਜ ਕੱਲ੍ਹ ਦੀ ਡੇਟ ਦੇ ਵਿੱਚ ਆਪਾਂ ਦੇਖਦੇ ਹਾਂ ਕਿਉਂਕਿ ਸੋਸ਼ਲ ਮੀਡੀਆ ਦਾ ਟਾਈਮ ਹੈਗਾ, ਹੈ ਨਾ, ਫਰੋਡ ਬਹੁਤ ਜ਼ਿਆਦਾ ਹੁੰਦਾ ਹੈ ਨਾ। ਕਿਸੇ ਵੀ ਫੀਲਡ ਦੇ ਵਿੱਚ ਲਗਾ ਲਓ ਬਹੁਤ ਜ਼ਿਆਦਾ ਫਰੋਡ ਰੱਖਿਆ ਹੋਇਆ। ਟਰਾਂਸਪੇਰੈਂਸੀ ਨਾਲ ਕੰਮ ਕਰਨ ਵਾਲੇ ਬਹੁਤ ਹੀ ਘੱਟ ਲੋਕ ਨੇ, ਹੈ ਨਾ। ਬਿਲਕੁਲ ਜੀ। ਐਂਡ ਬਿਕੋਜ਼ ਉਹਦਾ ਰੀਜ਼ਨ ਇਹ ਵੀ ਹੈਗਾ ਕਿ ਮਾਫ ਕਰਨਾ ਜੇ ਮੈਂ ਕਿਸੇ ਦੇ ਸੈਂਟੀਮੈਂਟਸ ਨੂੰ ਹਰਟ ਕਰਾਂਗਾ, ਬਟ ਸਾਡੇ ਵੀਅਰਸ ਨੂੰ ਵੀ ਥੋੜੀ ਜਿਹੀ ਆਪਣੇ ਵੱਲੋਂ ਕੁਝ ਡਿਊ ਡਿਲੀਜੈਂਸ ਕਰਨੀ ਚਾਹੀਦੀ ਹੈ। ਅੱਜ ਕੱਲ੍ਹ ਇੰਟਰਨੈਟ ਹੈਗਾ, ਗੂਗਲ ਹੈਗਾ ਭਾਜੀ, ਸਾਰਿਆਂ ਨੂੰ ਸਰਚ ਕਰਨੀ ਚਾਹੀਦੀ ਹੈ ਔਰ ਲੋਕੀ ਕਰਦੇ ਵੀ ਨੇ। ਲੋਕੀ ਅੱਜ ਦੀ ਡੇਟ 'ਚ ਜ਼ਿਆਦਾ ਸਮਾਰਟ ਹੋ ਗਏ ਨੇ ਪਹਿਲਾਂ ਨਾਲੋਂ ਔਰ ਇਸ ਚੀਜ਼ ਲਈ ਮੈਂ ਬਹੁਤ
ਮੈਂ ਬਹੁਤ ਐਕਚੁਅਲੀ ਮੈਂ ਖੁਸ਼ ਹਾਂ ਕਿ ਲੋਕੀ ਹੁਣ ਮੇਰੇ ਕੋਲ ਵੀ ਕਈ ਕਲਾਇੰਟਸ ਆਉਂਦੇ ਆ, ਉਹ ਅੱਧੀ ਤੋਂ ਜ਼ਿਆਦਾ ਨੌਲੇਜ ਆਪਣੇ ਆਪ ਹੀ ਲੈ ਕੇ ਆਉਂਦੇ ਤੇ ਉਹਦੇ ਨਾਲ ਮੇਰਾ ਵੀ ਕੰਮ ਈਜ਼ੀ ਹੋ ਜਾਂਦਾ। ਸੋ ਐਦਾਂ ਹੀ ਜੇ ਲੋਕੀ ਕਰਦੇ ਰਹਿਣ ਤੇ ਫਿਰ ਉਹਨਾਂ ਨਾਲ ਐਦਾਂ ਦੀਆਂ ਮਿਸ ਹੈਪਨਿੰਗਸ ਘੱਟ ਹੋਣ। ਚਲੋ ਬਹੁਤ ਚੰਗੀਆਂ ਗੱਲਾਂ, ਬਹੁਤ ਸੋਹਣੀਆਂ ਗੱਲਾਂ ਜਾ ਰਹੀਆਂ ਜਸ਼ਨ। ਤੇ ਹੁਣ ਮੈਂ ਜਿਵੇਂ ਪਹਿਲਾਂ ਕਿਹਾ ਇੰਟਰੋਡਕਸ਼ਨ ਦੇ ਵਿੱਚ ਵੀ ਗੱਲ ਕਰੀ ਸੀਗੀ ਤੇ ਵਿੱਚ ਵੀ ਇੰਟਰਵਿਊ ਦੇ ਵਿੱਚ ਗੱਲ ਕਰੀ ਸੀਗੀ ਕਿ ਆਪਾਂ ਜਸ਼ਨ ਬਾਰੇ ਥੋੜ੍ਹਾ ਜਿਹਾ ਲੇਟ ਦੱਸਾਂਗੇ, ਹੈ ਨਾ। ਹੁਣ ਮੈਂ ਇੱਥੇ ਦੱਸ ਦੇਣਾ ਕਿ ਜਸ਼ਨ ਇੱਕ ਉਹ ਇਨਸਾਨ ਹੈ, ਜਸ਼ਨਜੀਤ ਸਿੰਘ ਇੱਕ ਉਹ ਇਨਸਾਨ ਹੈ ਜਿਨ੍ਹਾਂ ਦਾ ਕਿ ਮੇਰੇ ਨਾਲ ਪਿਆਰ ਮਤਲਬ ਕਿ ਜਿਹੜਾ ਹੈ ਪੁਸ਼ਤੈਨਿਕ ਹੈ ਕਹਿ ਲਓ, ਕਿਉਂਕਿ ਫਾਦਰ ਸਾਹਿਬ ਤੋਂ ਇਹਨਾਂ ਦੀ ਯਾਰੀ ਦੋਸਤੀ ਚੱਲਦੀ ਆ ਰਹੀ ਹੈ। ਇੱਧਰ ਜਸ਼ਨ ਦੇ ਫਾਦਰ ਮੇਰੇ ਚਾਚਾ ਜੀ ਸੁਖਬੀਰ ਸੁਖੀ ਤੇ ਪਾਪਾ ਜਸਵਿੰਦਰ ਜੱਸੀ, ਇਹਨਾਂ ਨੇ ਪਿਛਲੇ ਮੈਨੂੰ ਲੱਗਦਾ 32-33 ਸਾਲ ਹੋ ਗਏ, ਕਿਉਂ ਜਸ਼ਨ? ਬਿਲਕੁਲ ਭਾਜੀ, ਬਿਲਕੁਲ ਸਹੀ ਗੱਲ ਹੈ ਤੁਹਾਡੀ। ਡੈਡੀ ਤੇ ਜੱਸੀ ਅੰਕਲ ਦਾ ਤਾਂ ਮਤਲਬ ਇਹਨਾਂ ਨਾਲ ਦੇਖਿਆ, ਇਹਨਾਂ ਦਾ ਸ਼ੂਟਸ ਤੇ ਜਾਈਦਾ ਸੀਗਾ ਤੇ ਮਤਲਬ ਛੋਟੇ ਹੁੰਦੇ ਤੋਂ ਲਾਈਕ ਖੇਡੇ ਹੀ ਇਹਨਾਂ ਦੇ ਹੱਥੋਂ ਸੋ ਬਿਲਕੁਲ ਸਹੀ ਗੱਲ ਜੀ ਬਿਲਕੁਲ। ਮਤਲਬ ਕਿ ਹੈ ਨਾ ਉਹ ਯਾਦ ਆ ਜਾਂਦਾ ਜਦੋਂ ਛੋਟੇ ਹੁੰਦੇ ਸੀਗੇ ਆਪਾਂ, ਹੈ ਨਾ, ਕਿ ਜਦੋਂ ਗਾਣੇ ਸ਼ੂਟ ਹੁੰਦੇ ਸੀਗੇ ਉਹ ਕਿਤੇ ਇਕੱਲੀ ਬਹਿ ਕੇ ਸੋਚੀ ਨਹੀਂ, ਹੈ ਨਾ, ਮਨਮੋਹਨ ਵਾਰਸ ਜੀ ਦਾ, ਬਿੰਦਰ ਖੇ ਦਾ ਯਾਰ ਬੋਲਦਾ, ਜੱਟ ਦੀ ਪਸੰਦ, ਸਾਨੂੰ ਟੇਢੀ ਤੱਕਦੀ ਤੂੰ, ਹੈ ਨਾ, ਕਿੰਨੇ ਸਾਰੇ ਗਾਣੇ, ਮੇਲੀਆਂ ਦਾ ਜਿਹੜਾ ਨਿਊ ਈਅਰ ਦਾ ਸ਼ੋਅ। ਹਾਂਜੀ ਬਹੁਤ ਸਾਰੇ ਭਾਜੀ, ਬਹੁਤ ਸਾਰੇ ਛੋਟੇ ਹੁੰਦੇ ਜਦੋਂ ਸ਼ੂਟ ਤੇ ਜਾਂਦੇ ਹੁੰਦੇ ਸੀਗੇ। ਹਾਂਜੀ, ਕੋਈ ਮਤਲਬ ਹਿਸਾਬ ਹੀ ਨਹੀਂ ਹੈਗਾ। ਲੇਕਿਨ ਉਹੀ ਗੱਲ ਹੈ ਕਿ ਆਪਾਂ ਬਹੁਤ ਨੈਚੁਰਲੀ ਇਸ ਚੀਜ਼ ਦੇ ਵਿੱਚ ਲੰਘੇ ਆ ਕਿ ਮਤਲਬ ਇਹ ਇੰਜ ਲੱਗਦਾ ਸੀਗਾ ਕਿ ਜੋ ਕਿ ਸਹੀ ਵੀ ਗੱਲ ਹੈ ਕਿ ਸਾਡੀ ਐਵਰੀਡੇ ਲਾਈਫ ਦਾ ਇੱਕ ਬਹੁਤ ਇੰਪੋਰਟੈਂਟ ਹਿੱਸਾ ਸੀਗਾ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਕਿੰਨਾ ਟਾਈਮ ਆਪਾਂ ਹੈ ਨਾ ਹੰਢਾਇਆ ਹੁਣ, ਤੇ ਪਾਪਾ ਉਹਨਾਂ ਦੀ ਸਟਿਲ ਪਰਮਾਤਮਾ ਟੱਚਵੁੱਡ ਇੱਦਾਂ ਹੀ ਰੱਖੇ, ਹੈ ਨਾ, ਕਿ ਇੰਨਾ ਪਿਆਰ ਬਣਿਆ ਹੋਇਆ ਸਾਰਾ। ਤੇ ਅੱਜ ਮੈਨੂੰ ਬਹੁਤ ਚੰਗਾ ਲੱਗ ਰਿਹਾ ਕਿ ਛੋਟਾ ਭਰਾ ਮੇਰਾ, ਹੈ ਨਾ, ਕਿ ਜਿਹੜਾ ਕੈਨੇਡਾ ਜਾ ਕੇ ਬਹੁਤ ਚੰਗੇ ਤਰੀਕੇ ਨਾਲ ਸੈੱਟ ਹੋ ਕੇ ਅੱਜ ਇੱਕ ਅੱਛੀ ਇਮੀਗ੍ਰੇਸ਼ਨ ਦੀ ਕੰਪਨੀ ਚਲਾ ਰਿਹਾ। ਸੋ ਬਹੁਤ ਚੰਗਾ ਲੱਗਦਾ ਉਹਦੇ ਬਾਰੇ। ਥੈਂਕ ਯੂ ਸੋ ਮਚ ਤੁਹਾਡੇ ਬਾਰੇ ਇੰਨੀ ਚੀਜ਼ਾਂ ਸੁਣ ਕੇ, ਹੈ ਨਾ। ਇਹ ਸਭ ਤੁਹਾਡਾ ਪਿਆਰ ਹੈਗਾ, ਆਸ਼ੀਰਵਾਦ ਹੈਗਾ ਤੇ ਮਤਲਬ ਤੁਹਾਡੀ ਬਲੇਸਿੰਗਸ ਹੀ ਆ ਸਾਰਿਆਂ ਦੀ, ਤੇ ਮਤਲਬ ਉਹਦੇ ਕਰਕੇ ਇਹ ਸਭ ਹੋਇਆ, ਨਹੀਂ ਤਾਂ ਆਪਾਂ ਤਾਂ ਕਿੱਥੇ ਸੀਗੇ ਇੰਨੇ ਜੋਗੇ। ਜੀ ਚਲੋ ਬਹੁਤ ਚੰਗਾ ਲੱਗਦਾ। ਤੇ ਮੈਂ ਇੱਕ ਵਾਰ ਫਿਰ ਇੱਥੇ ਕਹਿਣਾ ਚਾਹੂੰਗਾ ਕਿ ਜਿਹੜੇ ਵੀ ਬੰਦੇ ਬਾਹਰ ਕੈਨੇਡਾ ਜਾਣਾ ਚਾਹੁੰਦੇ ਹੋਣ, ਜਾਂ ਉਹਨਾਂ ਦੀ ਕੋਈ ਫਾਈਲ ਦੇ ਵਿੱਚ ਦਿੱਕਤ ਆਉਂਦੀ ਹੋਵੇ, ਕੋਈ PR ਦੀ ਜਾਂ ਵਰਕ ਪਰਮਿਟ ਲੈਣਾ ਹੋਵੇ ਕਿਸੇ ਨੇ ਸਟੱਡੀ ਵੀਜ਼ਾ ਵਾਸਤੇ, ਸੋ ਸਾਰੇ ਵਸੇਬਾ ਇਮੀਗ੍ਰੇਸ਼ਨ ਐਂਡ ਵੀਜ਼ਾ ਕੰਸਲਟੈਂਟ ਨਾਲ ਗੱਲ ਕਰਨ। ਜਸ਼ਨਜੀਤ ਸਿੰਘ ਉੱਧਰ ਸਾਡੇ ਭਰਾ ਟਰਾਂਸਪੇਰੈਂਸੀ ਦੇ ਨਾਲ ਸਾਰੀ ਗੱਲਬਾਤ ਕਰਨਗੇ ਤੁਹਾਡੇ ਨਾਲ, ਤੇ ਸਾਰਾ ਕੁਝ ਚੰਗੇ ਤਰੀਕੇ ਨਾਲ ਗਾਈਡ ਕਰਕੇ ਦੱਸਣਗੇ। ਤੇ ਜਸ਼ਨ, ਹੁਣ ਆਪਾਂ ਇੱਥੇ ਇੱਕ ਗੱਲਬਾਤ ਕਰਦੇ ਹਾਂ ਕਿ ਜਦੋਂ ਤੁਸੀਂ ਇੰਡੀਆ ਤੋਂ ਕੈਨੇਡਾ ਮੂਵ ਹੋਏ, ਹੈ ਨਾ ਜੀ, ਸੋ ਕਿੱਦਾਂ ਦਾ ਉਸ ਟਾਈਮ ਦੌਰ ਸੀਗਾ? ਕਿਉਂਕਿ ਇੱਥੇ ਦੀ ਲਾਈਫ ਬਾਰੇ ਆਪਾਂ ਜਾਣਦੇ, ਬਟ ਮੈਂ ਚਾਹੁੰਦਾ ਕਿ ਤੁਹਾਡੇ ਮੂੰਹੋਂ ਸਾਰੀਆਂ ਗੱਲਾਂ ਜਾਣ ਸਕੇ ਕਿ ਉੱਥੇ ਜਾ ਕੇ ਕਿੱਦਾਂ ਕੰਮ ਕੀਤਾ ਤੇ ਕੀ ਪ੍ਰੋਬਲਮਸ ਸਹੀਆਂ ਦੇਖੀਆਂ ਤੇ ਅੱਜ ਇਸ ਮੁਕਾਮ ਤੱਕ ਪਹੁੰਚਣ ਤੋਂ ਪਹਿਲਾਂ। ਬਿਲਕੁਲ ਭਾਜੀ। ਸੋ ਭਾਜੀ ਉਹ ਟਾਈਮ ਸੀਗਾ ਸਨ 2011। ਮੈਨੂੰ ਅੱਜ ਵੀ ਯਾਦ ਆ ਜਦੋਂ ਮੈਂ ਜਹਾਜ਼ ਚੜ੍ਹ ਰਿਹਾ ਸੀਗਾ ਦਿੱਲੀ ਏਅਰਪੋਰਟ ਤੋਂ, ਤੇ ਜਿਹੜੇ ਉੱਥੇ ਦੇ ਇੰਡੀਅਨ ਕਸਟਮਸ ਵਾਲੇ ਕਹਿ ਲਓ ਜਾਂ ਬਾਰਡਰ ਆਫਿਸਰਸ ਕਹਿ ਲਓ, ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀਗੀ ਕਿ ਉਸ ਸਾਲ ਪੂਰੇ ਕੈਨੇਡਾ ਦੇ, ਮੈਨੂੰ ਅੱਜ ਵੀ ਯਾਦ ਆ, 500 ਸਮਥਿੰਗ ਵੀਜ਼ੇ ਲੱਗੇ ਸੀਗੇ, ਜੋ ਕਿ ਇੱਕ ਬਹੁਤ ਛੋਟਾ ਨੰਬਰ ਸੀਗਾ, ਲੇਕਿਨ ਫਿਰ ਵੀ ਆਪਾਂ ਨੂੰ ਸੋਚ ਕੇ ਹੁੰਦਾ ਸੀ ਯਾਰ ਕਿ ਵਾਹ ਯਾਰ 500 ਵੀਜ਼ੇ, 500 ਬੰਦੇ ਮਤਲਬ ਲੱਗ ਗਏ ਆਪਣੇ ਕੈਨੇਡਾ ਜਾ ਰਹੇ ਸੀਗੇ। ਸੋ ਲੇਕਿਨ ਜੇ ਹੁਣ ਉਹਨੂੰ ਅਸੀਂ ਅੱਜ ਦੇ ਡੇਟ 'ਚ ਕੰਪੇਅਰ ਕਰੀਏ ਭਾਜੀ, ਤੇ ਲੱਖਾਂ ਦੇ ਗਿਣਤੀ ਦੇ ਵਿੱਚ ਲੋਕੀ ਆਉਂਦੇ ਨੇ ਇੱਥੇ ਪੜ੍ਹਨ, ਵਿਦਿਆਰਥੀ ਆਉਂਦੇ ਆ, ਤੇ ਮਤਲਬ ਬਿਲਕੁਲ ਦੌਰ ਤਾਂ ਜਿੱਦਾਂ ਬਹੁਤ ਹੀ ਡਿਫਰੈਂਟ ਹੁੰਦਾ ਸੀਗਾ। ਮੈਨੂੰ ਅੱਜ ਯਾਦ ਹੈ ਜਦੋਂ ਮੈਂ ਲੈਂਡ ਕੀਤਾ ਸੀਗਾ, ਮੈਨੂੰ ਬਹੁਤ ਘੱਟ ਇੰਡੀਅਨ ਸਟੂਡੈਂਟਸ ਦਿਖਦੇ ਸੀਗੇ, ਤੇ ਮੈਂ ਰਹਿੰਦਾ ਵੀ ਉਦੋਂ ਵੈਂਕੂਵਰ ਸ਼ਹਿਰ ਦੇ ਵਿੱਚ ਸੀਗਾ, ਤੇ ਸਰੀ ਦੇ ਵਿੱਚ ਜਿੱਥੇ ਜ਼ਿਆਦਾ ਆਪਣੇ ਪੰਜਾਬੀ ਵਸਦੇ ਨੇ, ਆਪਣੇ ਹੈ ਨਾ ਵੀਰ ਤੇ ਭੈਣ ਭਰਾ ਸਾਰੇ, ਤੇ ਮੈਂ ਉੱਧਰ ਮੈਂ ਕਦੇ ਇੰਨਾ ਆਉਂਦਾ ਨਹੀਂ ਸੀਗਾ ਕਿਉਂਕਿ ਮੇਰਾ ਕਾਲਜ ਵੀ ਸਾਰਾ ਵੈਂਕੂਵਰ ਸੀਗਾ, ਸਟੱਡੀਜ਼ ਐਂਡ ਮੇਰਾ ਕੰਮ ਵਗੈਰਾ ਵੀ ਉੱਧਰ ਸੀਗਾ। ਸੋ ਦਿੱਕਤਾਂ ਭਾਜੀ ਜ਼ਰੂਰ ਆਈਆਂ ਸੀਗੀਆਂ, ਬੀਇੰਗ ਕਿ ਕਲਚਰਲੀ ਥੋੜ੍ਹਾ ਜਿਹਾ ਮੈਨੂੰ ਆਪਣਾਪਨ ਨਹੀਂ ਮਿਲਿਆ ਸੀ ਉਦੋਂ, ਕਿਉਂਕਿ ਕਮਿਊਨਿਟੀ ਕਰਕੇ ਇੱਕ ਤਾਂ ਜਿੱਥੇ ਮੈਂ ਰਹਿੰਦਾ ਸੀਗਾ ਉੱਥੇ ਗੋਰੇ ਚਾਈਨੀਜ਼ ਜ਼ਿਆਦਾ ਸੀਗੇ, ਬਟ ਉਸੀ ਸਿਚੁਏਸ਼ਨ ਤੇ ਉਸੀ ਸਟਰਗਲਸ ਨੇ ਮੈਨੂੰ ਕਾਫੀ ਮਤਲਬ ਸੈਲਫ ਇੰਡੀਪੈਂਡੈਂਟ ਜਿਹਾ ਬਣਾਤਾ ਸੀਗਾ। ਤੇ ਆਂਦੇ ਸਾਰੇ ਭਾਜੀ ਤੁਸੀਂ ਬਿਲੀਵ ਕਰੋ, ਮੈਂ ਪਹਿਲਾ ਕੰਮ ਕੀ ਕੀਤਾ, ਆਪਣਾ ਬੈਗ ਰੱਖਿਆ ਤੇ ਗੂਗਲ ਤੇ ਮੈਂ ਜਾ ਕੇ ਦੇਖਣ ਲੱਗ ਗਿਆ ਕਿ ਇੱਥੇ ਕਲੱਬਸ ਵਗੈਰਾ ਕਿਹੜੇ ਨੇ। ਮੈਂ ਕਿਹਾ ਚਲੋ ਉੱਥੇ ਜਾ ਕੇ ਜੋ ਵੀ ਲੱਭੀ ਆਪਾਂ ਕਿ ਕੋਈ ਡੀਜੇ ਡੂਜੇ ਕਰਨ ਲੱਗ ਜਾਵਾਂਗੇ, ਥੋੜਾ ਜਿਹਾ ਪਾਰਟ ਟਾਈਮ ਕੰਮ ਹੋ ਜਾਏਗਾ, ਨਾਲੇ ਸ਼ੌਕ ਵੀ ਆਪਣਾ ਚੱਲਦਾ ਰਹੇਗਾ। ਪਰ ਜਿਵੇਂ ਹੀ ਮੈਂ ਜੌਬ ਫਾਈਂਡ ਕਰਨ ਦੀ ਟਰਾਈ ਕੀਤੀ, ਮੈਂ ਦੇਖਿਆ ਕਿ ਯਾਰ ਇੱਥੇ ਤਾਂ ਕੋਈ ਹੱਥ ਪੱਲਾ ਫੜਾਉਂਦਾ ਹੀ ਨਹੀਂ। ਫਿਰ ਭਾਜੀ ਹੋਇਆ ਕਿ ਮੈਂ ਕਿਹਾ ਚਲੋ ਫਿਰ ਕਿਸੇ ਨਾਲ ਅਪ੍ਰੈਂਟਿਸਸ਼ਿਪ ਜਾਂ ਟ੍ਰੇਨਿੰਗ ਸ਼ੁਰੂ ਕਰ ਲੈਂਦੇ ਹਾਂ।
ਫਿਰ ਜਿਹੜੇ ਇੱਥੇ ਦੇ ਉਸ ਟਾਈਮ ਦੇ ਬੇਸਡ ਮਿਊਜ਼ੀਸ਼ੀਅਨ ਸੀਗੇ, ਮੈਂ ਫਿਰ ਉਹਨਾਂ ਨੂੰ ਈਮੇਲਸ ਕਰਨੀਆਂ ਸ਼ੁਰੂ ਕੀਤੀਆਂ। ਮੈਂ ਕਿਹਾ ਕਿਤੇ ਕੈਨੇਡਾ ਹੈਗਾ, ਚਲੋ ਆਪਾਂ ਈਮੇਲਸ ਕਰਦੇ ਹਾਂ, ਉਹਨਾਂ ਨੂੰ ਵਧੀਆ ਲੱਗਦਾ, ਲੋਕੀ ਅਪਰੀਸ਼ੀਏਟ ਕਰਦੇ ਕਿ ਈਮੇਲਸ ਕਰਕੇ ਕੋਈ ਬੰਦਾ ਕਹਿ ਰਿਹਾ ਸਿੱਖਣਾ ਕੰਮ। ਬਟ ਮੈਨੂੰ ਅੱਜ ਤੱਕ ਕਿਸੇ ਦਾ ਰਿਸਪੌਂਸ ਨਹੀਂ ਆਇਆ। ਸੋ ਰਹਿੰਦੀ ਖੁੰਦੀ ਕਸਰ ਭਾਜੀ, ਜਦੋਂ ਇੱਥੇ ਦੀਆਂ ਫੀਸਾਂ ਡਿਊ ਹੋ ਗਈਆਂ ਕਾਲਜ ਦੀਆਂ ਤੇ ਖਰਚੇ ਡਿਊ ਹੋ ਗਏ ਸੀਗੇ, ਕਿਉਂਕਿ ਇੰਡੀਆ ਤੋਂ ਤੁਹਾਨੂੰ ਖਰਚੇ ਬਹੁਤ ਹੈ ਇੱਥੇ, ਮਤਲਬ ਬਹੁਤ ਨਹੀਂ, ਮਤਲਬ ਇਹ ਹੈ ਕਿ ਇੰਡੀਆ ਦੇ ਹਿਸਾਬ ਨਾਲ ਜਦੋਂ ਬੰਦਾ ਨਵਾਂ ਆਉਂਦਾ, ਉਹ ਫਿਰ ਡਾਲਰਾਂ ਦੀ ਕੈਲਕੂਲੇਸ਼ਨ ਹੁੰਦੀ ਹੈ ਰੁਪਈਏ ਨਾਲ, ਕਿ ਯਾਰ ਚੱਲ ਅੱਛਾ $1000 ਹੈ, $1000 ਉਹ ਬੱਲੇ ਬੱਲੇ 50000 ਰੁਪਏ, ਇੰਨੇ ਤਾਂ ਡੈਡੀ ਮੇਰੇ ਖਿਆਲ ਨਾਲ ਮਹੀਨੇ ਦੇ ਬਣਾਉਂਦੇ ਹੋਣੇ ਆ। ਆਪਾਂ ਨੂੰ ਕੀ ਚਲੋ ਪਤਾ ਸੀਗਾ ਹੈ ਨਾ ਕਿ ਕਿੰਨੇ ਫੈਮਿਲੀ ਬਣਾਉਂਦੀ ਕਿ ਨਹੀਂ, ਪਰ ਇੱਕ ਐਜ਼ ਅ ਬੱਚੇ ਆਪਣੇ ਮਾਈਂਡ 'ਚ ਇਹ ਚੀਜ਼ ਹੁੰਦੀ ਸੀ ਯਾਰ ਕਿ ਨਹੀਂ ਯਾਰ ਫੈਮਿਲੀ ਦਾ ਪੈਸਾ ਯਾਰ ਕਿੱਦਾਂ ਔਖੇ ਹੈ ਨਾ ਕਰਨਗੇ ਉਹ। ਸੋ ਮੈਂ ਫਿਰ ਭਾਜੀ ਮੈਨੂੰ ਪਤਾ ਲੱਗ ਗਿਆ ਸੀਗਾ 4-5 ਮਹੀਨਿਆਂ 'ਚ, ਮੈਂ ਕਿਹਾ ਜਸ਼ਨ ਵੀਰੇ ਤੇਰੀ ਤਾਂ ਇੱਦਾਂ ਨਹੀਂ ਨਾ ਗੱਲ ਬਣਨੀ, ਥੋੜੀ ਦੇਰ ਲਈ ਨਾ ਇਹ ਮਿਊਜ਼ਿਕ ਨੂੰ ਸਾਈਡ ਤੇ ਕਰਨਾ ਪੈਣਾ, ਨਹੀਂ ਤਾਂ ਇੱਥੇ ਆਪਣਾ ਹੀ ਮਿਊਜ਼ਿਕ ਵੱਜ ਜਾਣਾ। ਸੋ ਮੈਂ ਜੀ ਫਿਰ ਮੈਂ ਵੀ ਉਸੀ ਰੇਸ 'ਚ ਲੱਗ ਗਿਆ ਜਿੱਦਾਂ ਆਪਣੇ ਕਈ ਵੀਰ ਭਰਾ ਇੱਥੇ ਆ ਕੇ ਲੱਗ ਜਾਂਦੇ ਆ, ਭੈਣ ਤੇ ਭਰਾ ਆਪਣੇ ਹੈ ਨਾ, ਤੇ ਉਹੀ ਡਾਲਰਾਂ ਦੀ ਰੇਸ 'ਚ ਸ਼ਿਫਟਾਂ ਲਾਣੀਆਂ ਰਾਤ ਨੂੰ। ਭਾਜੀ ਕਈ ਵਾਰੀ ਤਾਂ ਇੱਦਾਂ ਦੇ ਦਿਨ ਵੀ ਦੇਖੇ ਆ ਕਿ ਖਾਣ ਨੂੰ ਨਹੀਂ ਪੈਸੇ ਹੁੰਦੇ ਸੀਗੇ, $5 ਨਾਲ ਮਹੀਨਾ ਸਾਰਿਆ ਗੁਰਦੁਆਰਾ ਸਾਹਿਬ ਜਾ ਕੇ ਲੰਗਰ ਛਕੀ ਦਾ ਸੀਗਾ, ਕਿਉਂਕਿ ਰੋਟੀ ਲਈ ਵੀ ਇੰਨੇ ਪੈਸੇ ਨਹੀਂ ਹੁੰਦੇ ਸੀਗੇ। ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਸੀਗਾ ਕਿ ਆਪਾਂ ਨੂੰ ਪੈਸੇ ਲੇਟ ਮਿਲਦੇ ਸੀ ਇੰਪਲੋਇਰ ਵੱਲੋਂ ਤੇ ਕੰਮ ਵੱਲੋਂ, ਯਾਨੀ ਕਿ ਤੇ ਫੀਸਾਂ ਦੇਤੀਆਂ, ਰੈਂਟ ਦੇਤਾ, ਖਰਚੇ ਦੇਤੇ ਤੇ ਬਚਦਾ ਕੁਝ ਵੀ ਨਹੀਂ ਸੀਗਾ ਫਿਰ। ਕਿਉਂਕਿ ਕੈਨੇਡਾ ਦੇ ਵਿੱਚ ਜੇ ਤੁਸੀਂ ਐਜ਼ ਅ ਸਟੂਡੈਂਟ ਆਏ ਹੋ, ਜਿੱਦਾਂ ਕਿ ਮੈਂ ਆਇਆ ਸੀਗਾ, ਸਭ ਤੋਂ ਜ਼ਿਆਦਾ ਬੱਚੇ ਨੂੰ ਟੈਨਸ਼ਨ ਹੁੰਦੀ ਉਹਦੀ ਫੀਸ ਦੀ, ਜਿਹੜੀ ਫੀਸ ਉਹਨੇ ਕੱਢਣੀ ਹੁੰਦੀ ਹੈ। ਫਿਰ ਗੱਲ ਆਉਂਦੀ ਹੈ ਰੈਂਟ ਦੀ, ਤੇ ਫਿਰ ਆਉਂਦਾ ਤੁਹਾਡਾ ਜੋ ਬਚਿਆ ਕੁਛ ਹੈ ਉਹ ਫੂਡ ਦਾ। ਸੋ ਇਸ ਤਰ੍ਹਾਂ ਹੀ ਇੱਥੇ ਦੇ ਜਿਹੜੇ ਜਿੰਨੇ ਵੀ ਸਟੂਡੈਂਟਸ ਵੀਰ ਨੇ ਆਪਣੇ, ਸਾਰੇ ਹਾਰਡ ਵਰਕਿੰਗ ਨੇ, ਆਪਣੀ ਐਵੇਂ ਲਾਈਫ ਚਲਾਉਂਦੇ ਆ ਮਿਹਨਤ ਕਰਕੇ, ਤੇ ਮੈਂ ਵੀ ਉਸ ਤਰ੍ਹਾਂ ਹੀ ਲੱਗ ਗਿਆ ਸੀਗਾ ਭਾਜੀ। ਆਉਂਦੇ ਸਾਰ ਹੀ ਜੋ ਮੈਨੂੰ ਚੈਲੰਜਸ ਫੇਸ ਕਰਨੇ ਪਏ, ਐਕੈਡੈਮਿਕ ਚੈਲੰਜਸ, ਕਿਉਂਕਿ ਕਾਲਜ 'ਚ ਜਾਣਾ ਹੈ ਨਾ, ਫੀਸਾਂ ਵੀ ਆਪ ਹੀ ਉਤਾਰਨੀਆਂ, ਸਾਰਾ ਕੁਝ ਆਪ ਹੀ ਕਰਨਾ, ਤੇ ਕਈ ਵਾਰੀ ਫੇਲ ਵੀ ਹੋ ਜਾਂਦਾ ਸੀਗਾ ਕੋਰਸ ਦੇ ਵਿੱਚ, ਫਿਰ ਉਹਦੀਆਂ ਫੀਸਾਂ ਭਰਨੀਆਂ, ਫਿਰ ਜਾ ਕੇ ਕਰਨਾ। ਤੇ ਮਿਊਜ਼ਿਕ ਦਾ ਮਤਲਬ ਮੇਰਾ ਇੱਦਾਂ ਦਾ ਸੀਗਾ ਕਿ ਇੱਕ ਮਨ 'ਚ ਆਲਵੇਜ਼ ਇੱਕ ਕੀੜਾ ਸੀਗਾ ਕਿ ਯਾਰ ਮੈਨੂੰ ਬੀਟਸ ਬਣਾਉਣ ਦਾ ਬੜਾ ਸ਼ੌਂਕ ਸੀਗਾ। ਮੈਨੂੰ ਆਲਵੇਜ਼ ਹੁੰਦਾ ਸੀਗਾ ਯਾਰ ਮੈਂ ਆਪਣਾ ਮਿਊਜ਼ਿਕ, ਅੱਜ ਵੀ ਮੈਂ ਮਿਊਜ਼ਿਕ ਬਣਾਉਂਦਾ, ਮੈਨੂੰ ਉਦੋਂ ਦਾ ਸੀਗਾ ਕਿ ਯਾਰ ਮੈਂ ਬਣਾ ਕੇ ਰੱਖਾਂਗਾ, ਮੈਂ ਕਿਸੇ ਨੂੰ ਸੁਣਾਉਂਗਾ, ਕੋਈ ਮੇਰੇ ਕੋਲ ਆਰਟਿਸਟ ਆਏਗਾ ਕਿ ਵੀ ਮੈਨੂੰ ਵਧੀਆ ਲੱਗੇਗਾ ਕਿ ਚੱਲ ਯਾਰ ਅੱਜ ਭਾਜੀ ਤੁਹਾਡੇ ਲਈ ਗਾਣਾ ਹੈਗਾ, ਤੁਸੀਂ ਆਪਣਾ 'ਚ ਲਿਰਿਕਸ ਪਾਓ ਹੈ ਨਾ, ਆਪਣਾ ਇਹਨੂੰ ਲਾਂਚ ਕਰੋ। ਬਿਕਾਜ਼ ਮੇਰਾ ਹਿਪ ਹੌਪ ਮਿਊਜ਼ਿਕ ਦਾ ਬਹੁਤ ਸਟਾਈਲ ਆ, ਹਿਪ ਹੌਪ ਕਲੱਬ ਬੀਟਸ ਹੋ ਗਿਆ। ਸੋ ਬਟ ਆਉਣ ਦੇ ਸਾਲ ਤੁਸੀਂ ਲਾ ਲਓ ਮੈਂ 6 ਸਾਲ ਤੱਕ ਬਿਲਕੁਲ ਮਿਊਜ਼ਿਕ ਨੂੰ ਮੈਂ ਟੱਚ ਹੀ ਨਹੀਂ ਕੀਤਾ। ਸੋ ਮੇਰੀ ਸੌਫਟਵੇਅਰਸ ਦੀ ਨੌਲੇਜ ਫੇਡ ਹੋਣ ਲੱਗ ਗਈ, ਟੈਕਨੀਕਲ ਚੀਜ਼ਾਂ, ਰਿਕਾਰਡਿੰਗ ਟੈਕਨੀਕਸ, ਉਹ ਸਾਰੀਆਂ ਚੀਜ਼ਾਂ ਫੇਡ ਹੋਣ ਲੱਗ ਗਈਆਂ। ਲੇਕਿਨ ਮੇਰਾ ਆਲਵੇਜ਼ ਇੱਕ ਚੀਜ਼ ਮੇਰੀ ਬਹੁਤ ਵਧੀਆ ਸੀਗੀ, ਜੋ ਕਿ ਸੀਗਾ ਮੇਰੇ ਸੁਣਨ ਦੀ ਕਪੈਸਿਟੀ ਔਰ ਅਬਿਲਿਟੀ। ਮੈਂ ਕੋਈ ਵੀ ਗਾਣਾ ਸੁਣ ਕੇ ਹੀ ਉਹਦਾ ਮੈਂ ਸਕੇਲ ਦੱਸ ਦਿੰਦਾ ਸੀਗਾ, ਰੂਟ ਦੱਸ ਦਿੰਦਾ ਸੀਗਾ, ਤੇ BPM ਦਾ ਇੱਕ ਮੈਨੂੰ ਅੰਦਾਜ਼ਾ ਹੁੰਦਾ ਸੀਗਾ ਕਿ ਯਾਰ ਇਸ ਬੀਟਸ ਤੇ ਵੱਜ ਰਿਹਾ ਤੇ ਪਿੱਛੇ ਉਹਦੇ ਜਿਹੜੇ ਇਨਸਟਰੂਮੈਂਟਸ ਵੱਜ ਰਹੇ ਆ, ਮੈਂ ਉਹਨੂੰ ਡੀਕਨਸਟਰਕਟ ਕਰਨਾ ਸ਼ੁਰੂ ਕਰ ਦਿੰਦਾ ਸੀਗਾ ਜਿਵੇਂ ਕੋਈ ਸਾਊਂਡ ਇੰਜੀਨੀਅਰ ਹੁੰਦਾ। ਸੋ ਉਹ ਮੇਰੇ 'ਚ ਅੱਜ ਵੀ ਨੈਚੁਰਲ ਅਬਿਲਿਟੀ ਹੈਗੀ ਆ। ਤੇ ਹੁਣ ਵੀ ਜਦੋਂ ਮੈਂ ਆਪਣੀ ਸਟਰਗਲ ਤੋਂ ਬਾਅਦ ਮੈਂ ਆਪਣੇ ਕਰੀਅਰ ਤੇ ਫੋਕਸ ਕੀਤਾ, ਮੇਰਾ ਥੋੜਾ ਜਿਹਾ ਮਤਲਬ ਮਿਊਜ਼ੀਕਲ ਕਰੀਅਰ ਨਹੀਂ, ਮੇਰਾ ਇੱਕ ਪ੍ਰੋਫੈਸ਼ਨਲ ਤੇ ਕ੍ਰੀਏਟਿਵ ਬੰਦੇ ਤੋਂ ਹਟ ਕੇ ਮੇਰਾ ਇੱਕ ਬਿਲਕੁਲ ਐਨਾਲਿਟੀਕਲ ਤੇ ਇੱਕ ਲੌਜੀਕਲ ਕਰੀਅਰ ਟਾਈਪ ਹੋ ਗਿਆ, ਮਾਰਕੀਟਿੰਗ, ਅਕਾਊਂਟੈਂਸੀ ਐਂਡ ਦੈਨ ਐਂਟਰਪ੍ਰੀਨਰਸ਼ਿਪ, ਇੱਦਾਂ ਦੀਆਂ ਚੀਜ਼ਾਂ। ਤੇ ਹੁਣ ਮੈਂ ਆਪਣੀ ਫੀਲਡ 'ਚ ਬਹੁਤ ਵਧੀਆ ਸੈੱਟ ਆ, ਆਈ ਐਮ ਡੂਇੰਗ ਵੈਲ ਇਨ ਲਾਈਫ, ਬਟ ਨਾਟ ਬਿਕਾਜ਼ ਆਫ ਮਿਊਜ਼ਿਕ ਦੋ। ਪਰ ਮਿਊਜ਼ਿਕ ਅੱਜ ਦੀ ਡੇਟ 'ਚ ਵੀ ਮੇਰੇ ਲਈ ਇੱਕ ਐਦਾਂ ਦੀ ਥੈਰੇਪੀ ਆ। ਮੈਂ ਰਿਡਿਕੂਲਸ ਅਮਾਊਂਟ ਆਫ ਮਨੀ ਸਪੈਂਡ ਕਰ ਚੁੱਕੇ ਹਾਂ ਆਪਣੇ ਘਰ ਦੇ ਵਿੱਚ ਇੱਕ ਸਟੂਡੀਓ ਬਣਾਉਣ ਲਈ, ਜਿੱਥੇ ਆਪਾਂ ਇਸ ਟਾਈਮ ਬੈਠੇ ਹੈਗੇ। ਸੋ ਮੈਂ ਕੈਮਰੇ ਦੇ ਇਸ ਸਾਈਡ ਬੈਠਾ, ਬਟ ਜੇ ਮੈਂ ਤੁਹਾਨੂੰ ਦਿਖਾਊਂਗਾ ਇਸ ਸਾਈਡ ਮੇਰੇ ਕੋਲ ਹੁਣ ਸਾਰੇ ਇਕੁਇਪਮੈਂਟਸ ਹੈਗੇ ਆ ਜੋ ਕਿ ਮੇਰੇ ਕੋਲ ਕਦੀ ਮੈਂ ਸੋਚਿਆ ਵੀ ਨਹੀਂ ਸੀਗਾ ਮੈਂ ਲੈ ਵੀ ਪਾਊਂਗਾ, ਬਿਕੋਜ਼ ਆਫ ਲੈਕ ਆਫ ਮਨੀ ਆਫ ਕੋਰਸ, ਹੈ ਨਾ। ਤੇ ਪੇਰੈਂਟਸ ਦੇ ਪੈਸੇ ਵੀ ਤੁਹਾਨੂੰ ਪਤਾ ਪ੍ਰੈਸ਼ੀਅਸ ਹੁੰਦੇ ਆ, ਆਪਾਂ ਇਸ ਕੰਮ 'ਚ ਨਹੀਂ ਲਾਈਦੇ। ਮੈਨੂੰ ਉਹ ਵੀ ਦਿਨ ਯਾਦ ਹੈ ਕਿ ਜਦੋਂ ਆਪਾਂ ਕਾਲਜ ਇਕੱਠੇ ਪੜ੍ਹਦੇ ਹੁੰਦੇ ਸੀਗੇ ਨਾ, ਜਦੋਂ ਮੈਂ ਮਤਲਬ ਕਿ ਮੇਰਾ ਫਾਈਨਲ ਈਅਰ ਹੁੰਦਾ ਸੀਗਾ ਤੇ ਤੁਹਾਡਾ ਫਸਟ ਈਅਰ ਸੀਗਾ ਆਈ ਥਿੰਕ, ਹੈ ਨਾ। ਉਹ ਭਾਜੀ ਮੈਂ ਤਾਂ ਭੁੱਲ ਵੀ ਗਿਆ ਸੀ ਇਹ ਗੱਲ ਯਾਰ, ਵਾਹ ਤੁਸੀਂ ਮੈਨੂੰ ਯਾਦ ਕਰਾਈਏ ਹੁਣ। ਤੁਸੀਂ ਮੇਰੇ ਸੀਨੀਅਰ ਹੁੰਦੇ ਸੀਗੇ। ਤੁਸੀਂ ਕਿੱਥੇ ਯਾਦ ਰੱਖਣਾ ਹੈ ਨਾ, ਤੁਸੀਂ ਕੈਨੇਡਾ ਪਹੁੰਚ ਗਏ ਹੁਣ। ਐਕਚੁਅਲੀ ਉਹੀ ਗੱਲ ਹੈ ਨਾ, ਹੁਣ ਮੈਂ ਜਦੋਂ ਕਾਲਜ ਜੁਆਇਨ ਕੀਤਾ ਸੀਗਾ, ਮੇਰਾ ਤਾਂ ਸੀਨ ਬਣ ਗਿਆ ਸੀਗਾ ਆਉਣ ਦਾ ਬਾਹਰ, ਤੇ ਮੈਂ ਤਾਂ ਚਲੋ ਕਹਿਣਾ ਤਾਂ ਨਹੀਂ ਚਾਹੀਦਾ ਅੱਜ ਦੇ ਵਿਦਿਆਰਥੀਆਂ ਦੇ ਮੂਹਰੇ, ਬਟ ਇੰਨਾ ਸੀਰੀਅਸ ਨਹੀਂ ਹੁੰਦਾ ਸੀਗਾ। ਬਟ ਗਾਇਜ਼ ਲੈਟਸ ਬੀ ਪ੍ਰੈਕਟੀਕਲ, ਜੇ ਆਪਾਂ ਸਟੱਡੀਜ਼ ਨੂੰ ਲੈ ਕੇ
ਅੱਗੇ ਕੁਝ ਨਹੀਂ ਵੀ ਕਰਨਾ ਚਾਹੁੰਦੇ, ਬਟ ਇਟਸ ਅ ਟੂਲ ਦੈਟ एवरीवन ਸ਼ੁੱਡ ਹੈਵ ਈਵਨ ਇਫ ਯੂ ਆਰ ਨਾਟ ਯੂਜ਼ਿੰਗ ਇਟ। ਸੋ ਬਿਲਕੁਲ ਭਾਜੀ, ਉਹ ਚੀਜ਼ ਤੁਸੀਂ ਬਹੁਤ ਵਧੀਆ ਮੈਮਰੀਜ਼ ਮੈਨੂੰ ਯਾਦ ਕਰਾਤੀਆਂ, ਸੋ ਥੈਂਕ ਯੂ ਸੋ ਮਚ ਉਹਦੇ ਲਈ। ਜੀ ਚਲੋ, ਇੱਦਾਂ ਦੀ ਮੈਮਰੀਜ਼ ਆਪਾਂ ਇੱਕ ਵਾਰ ਫੇਰ ਆਪਾਂ ਮਤਲਬ ਕਿ ਇੰਟਰਵਿਊ ਕਰਾਂਗੇ, ਗੱਲਾਂ ਚੋਂ ਗੱਲ ਦਾ ਇੱਕ ਹੋਰ ਐਪੀਸੋਡ ਕਰਾਂਗੇ ਜਿਹਦੇ ਵਿੱਚ ਕਿ ਵਸੇਬਾ ਇਮੀਗ੍ਰੇਸ਼ਨ ਐਂਡ ਵੀਜ਼ਾ ਕੰਸਲਟੈਂਟ ਦੀ ਹੋਰ ਗੱਲਬਾਤ ਕਰਾਂਗੇ, ਕਿਉਂਕਿ ਹਾਲੇ ਬਹੁਤ ਸਾਰੀ ਜਿਹੜੇ ਤੁਹਾਡੇ ਹੈਗਾ ਨਾ ਸਟੱਡੀ ਬਾਰੇ, PR ਬਾਰੇ ਜਾਂ ਵਰਕ ਪਰਮਿਟਸ, ਹੋਰ ਕਾਫੀ ਕੁਝ ਜਿਹੜੀਆਂ ਹੈਗੀਆਂ ਚੀਜ਼ਾਂ ਉਹ ਰਹਿ ਗਈਆਂ। ਸੋ ਮੈਂ ਚਾਹੁੰਦਾ ਕਿ ਉਹ ਗੱਲਾਂ ਜਿਹੜੀਆਂ ਹੈਗੀਆਂ ਆਪਾਂ ਇੱਕ ਵਾਰ ਫਿਰ ਮੁਲਾਕਾਤ ਕਰਾਂਗੇ ਇਸ ਚੈਨਲ ਦੇ ਥਰੂ, ਇਸ ਸ਼ੋਅ ਦੇ ਥਰੂ ਦਰਸ਼ਕਾਂ ਦੇ ਨਾਲ। ਸੋ ਉਹਦੇ ਵਿੱਚ ਆਪਾਂ ਹੋਰ ਗੱਲਾਂ ਬਾਤਾਂ ਕਰਾਂਗੇ। ਤੋਂ ਅੱਜ ਦੀ ਜਿਹੜੀ ਗੱਲਬਾਤ ਹੈਗੀ ਆਪਾਂ ਇੱਥੇ ਖਤਮ ਕਰਦੇ, ਕਿਉਂਕਿ ਬਹੁਤ ਸਾਰਾ ਟਾਈਮ ਨਿਕਲਦਾ ਜਾ ਰਿਹਾ ਹੈ ਨਾ। ਸੋ ਮੈਂ ਚਾਹੁੰਦਾ ਕਿ ਲਾਸਟ ਵਿੱਚ ਜਾਂਦੇ ਜਾਂਦੇ ਕੋਈ ਕੰਪਨੀ ਵੱਲੋਂ ਜਾਂ ਆਪਣੇ ਵੱਲੋਂ ਹੈ ਨਾ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੋ ਵੀ ਇਸ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ। ਬਿਲਕੁਲ ਬਾਜੀ, ਮੈਂ ਜ਼ਰੂਰ ਇੱਕ ਮੈਸੇਜ ਦੇਣਾ ਚਾਹਾਂਗਾ ਸਾਰੇ ਦਰਸ਼ਕਾਂ ਨੂੰ ਕਿ ਜੇਕਰ ਤੁਹਾਨੂੰ ਕੋਈ ਵੀ ਸਮੱਸਿਆ ਹੈਗੀ ਹੈ, ਕੋਈ ਵੀ ਸਵਾਲ ਜਵਾਬ ਹੁੰਦੇ ਆ ਕੈਨੇਡਾ ਬਾਰੇ, ਜੇ ਤੁਸੀਂ ਮਾਈਂਡ ਬਣਾਉਣਾ ਚਾਹੁੰਦੇ ਹੋ, ਜਾਂ ਕਈ ਵਾਰੀ ਆਪਾਂ ਨੂੰ ਹੁੰਦਾ ਕਿ ਕਈ ਚੀਜ਼ ਬਾਰੇ ਆਪਾਂ ਨੂੰ ਐਗਜ਼ੈਕਟਲੀ ਨਹੀਂ ਪਤਾ ਹੁੰਦਾ ਕਿ ਇਹ ਡਿਸੀਜਨ ਵਾਕਈ ਸਾਡੀ ਲਾਈਫ ਲਈ ਵਧੀਆ ਹੈਗਾ ਕਿ ਨਹੀਂ ਹੈਗਾ, ਜਾਂ ਕੁਝ ਵੀ ਇੱਦਾਂ ਦੀ ਤੁਹਾਨੂੰ ਮਦਦ ਦੀ ਜ਼ਰੂਰਤ ਹੈਗੀ ਹੈ, ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਤੇ ਅਸੀਂ ਹਰ ਤਰੀਕੇ ਨਾਲ ਤੁਹਾਡੀ ਮਦਦ ਕਰਾਂਗੇ। ਬਹੁਤ ਚੰਗਾ ਲੱਗਿਆ ਜਸ਼ਨ ਅੱਜ ਤੁਹਾਡੇ ਨਾਲ ਗੱਲਬਾਤ ਕਰਕੇ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਗਾਈਡ ਕੀਤੀਆਂ, ਬਹੁਤ ਸਾਰੇ ਲੋਕਾਂ ਨੂੰ ਗਾਈਡ ਕੀਤਾ। ਮੈਂ ਉਮੀਦ ਕਰਦਾ ਕਿ ਜਿੰਨੇ ਵੀ ਦਰਸ਼ਕ ਇਸ ਇੰਟਰਵਿਊ ਨੂੰ, ਇਸ ਵੀਡੀਓ ਨੂੰ ਦੇਖਦੇ ਹੋਣਗੇ, ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਪਤਾ ਲੱਗੀਆਂ ਹੋਣਗੀਆਂ ਕਿ ਉਹ ਕਿੱਦਾਂ ਸੌਖੇ ਤਰੀਕੇ ਨਾਲ ਕੈਨੇਡਾ ਪਹੁੰਚ ਸਕਦੇ ਨੇ, ਜਾਂ ਉੱਥੇ ਜਾ ਕੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਪ੍ਰੋਬਲਮਸ ਆ ਸਕਦੀਆਂ ਨੇ। ਸੋ ਇਸੇ ਤਰ੍ਹਾਂ ਦਾ ਇੱਕ ਹੋਰ ਅਸੀਂ ਪਾਰਟ 2 ਲੈ ਕੇ ਬਹੁਤ ਛੇਤੀ ਪੇਸ਼ ਹੋਵਾਂਗੇ ਤੇ ਜਸ਼ਨ ਦੇ ਮੂੰਹੋਂ ਸੁਣਾਂਗੇ ਹੋਰ ਗੱਲਾਂ ਬਾਤਾਂ ਕੈਨੇਡਾ ਦੀਆਂ, ਤੇ ਜਾਣਾਂਗੇ ਹੋਰ ਜਿਹੜੇ ਨਵੇਂ-ਨਵੇਂ ਤਰੀਕੇ ਹੈਗੇ ਨੇ ਜਿਨ੍ਹਾਂ ਰਾਹੀਂ ਤੁਸੀਂ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਟਰੈਵਲ ਕਰ ਸਕਦੇ ਹੋ ਸਿੱਧਾ ਕੈਨੇਡਾ। ਸੋ ਥੈਂਕ ਯੂ ਸੋ ਮਚ ਜਸ਼ਨ, ਤੇ ਬਹੁਤ-ਬਹੁਤ ਮੁਬਾਰਕਾਂ ਇੱਕ ਵਾਰ ਫਿਰ ਮੇਰੇ ਵੱਲੋਂ, ਤੇ ਸੁੱਖੀ ਅੰਕਲ ਨੂੰ ਵੀ ਬਹੁਤ ਸਾਰੀਆਂ ਮੁਬਾਰਕਾਂ। ਥੈਂਕ ਯੂ ਸਤੀ ਭਾਜੀ, ਥੈਂਕ ਯੂ ਸੋ ਮਚ ਤੁਹਾਡਾ ਤੇ ਸਾਰੇ ਚੈਨਲ ਸਤਰੰਗ ਦੇ ਲਿਸਨਰ ਨੂੰ ਵਾਂਸ ਅਗੇਨ ਥੈਂਕ ਯੂ ਐਂਡ ਸਤਿ ਸ਼੍ਰੀ ਅਕਾਲ। ਸੋ ਇਸੇ ਤਰ੍ਹਾਂ ਚੈਨਲ ਸਤਰੰਗ ਨੂੰ ਪਿਆਰ ਦਿੰਦੇ ਰਹੋ। ਜਿਨ੍ਹਾਂ ਨੇ ਚੈਨਲ ਸਤਰੰਗ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ। ਮਿਲਾਂਗੇ ਗੱਲਾਂ ਚੋਂ ਗੱਲ ਦੇ ਅਗਲੇ ਐਪੀਸੋਡ ਦੇ ਵਿੱਚ ਤੇ ਕਰਾਂਗੇ ਹੋਰ ਗੱਲਾਂ। ਸੋ ਦਿਓ ਆਗਿਆ, ਸਤਿ ਸ਼੍ਰੀ ਅਕਾਲ ਜੀ।